ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ। ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨ ਜਾਏ। ਟੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨ ਜਾਏ। ਟੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ। ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ। ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ। ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ। ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿੱਥੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਵਿੱਚ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹਦੇ ਤੇ ਸੁਣਦੇ ਹਾਂ। ਗੁਰੂ ਨਾਨਕ ਦਾ ਕਰਨ ਵਾਲਿਆਂ ਦਾ ਮਾਣ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਕਰ ਸੱਚ ਦਾ ਗਾਹਕ ਹੈ। ਉਹ ਮਹਾਂਪੁਰਸ਼ ਜਿਹੜੇ ਕੇਵਲ ਤੇ ਕੇਵਲ ਇੱਕ ਪਰਿਪੂਰਨ ਪਰਮਾਤਮਾ ਨਾਲ ਜੁੜੇ ਸਨ, ਹੋਰਨਾਂ ਨੂੰ ਜੋੜਨ ਦਾ ਯਤਨ ਕਰਦੇ। ਹਜ਼ੂਰ ਨੇ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਗੁਰੂ ਕੀ ਬਾਣੀ ਵਿੱਚ ਅੰਕਿਤ ਕੀਤਾ ਔਰ ਪੂਜਣ ਦੇ ਯੋਗ ਹੋ ਗਏ। ਜਦੋਂ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਨ ਨਮਸਕਾਰ ਕਰਦੇ ਹਾਂ, ਜਿੱਥੇ ਸਾਡਾ ਸਿਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਅਮਰਦਾਸ ਸੋਢੀ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਦੇ ਹਾਂ। ਉੱਥੇ ਬਾਬਾ ਕਬੀਰ ਜੀ, ਬਾਬਾ ਫਰੀਦ ਜੀ, ਬਾਬਾ ਜੈਦੇਵ ਜੀ, ਇਹ ਆਦਿਕ ਜਿੰਨੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਭਗਤਾਂ ਨੂੰ ਪ੍ਰਵਾਨ ਕੀਤਾ, ਅਸੀਂ ਉਹਨਾਂ ਦੇ ਅੱਗੇ ਵੀ ਨਤਮਸਤਕ ਹੁੰਦੇ ਆ। ਅੱਜ ਦਾ ਪਾਵਨ ਪਵਿੱਤਰ ਫਰਮਾਨ ਬਾਬਾ ਕਬੀਰ ਜੀ ਦੀ ਬਾਣੀ ਵਿੱਚੋਂ ਹੈ। ਤਲੰਗ ਰਾਗ ਵਿੱਚ ਹਰ ਮਨੁੱਖ ਦੂਜੇ ਦੀ ਗੱਲ ਮੰਨਣ ਦੀ ਬਜਾਏ ਆਪਣੀ ਮਨਾਉਣਾ ਚਾਹੁੰਦਾ ਹੈ।
ਸਾਡੇ ਅੰਦਰ ਸੰਸਕਾਰ ਨੇ। ਜਿਹੜੀ ਗੱਲ ਮੈਂ ਕਹਿਣਾ ਮੇਰੀ ਠੀਕ ਹੈ, ਦੂਜੇ ਦੀ ਨਹੀਂ। ਇਹਨਾਂ ਸੰਸਕਾਰਾਂ ਦੇ ਅਧੀਨ ਜਿਹੜੇ ਉਸ ਮੌਕੇ ਦੇ ਧਾਰਮਿਕ ਆਗੂ ਸਨ, ਆਪੋ ਆਪਣੇ ਮਤ ਦੇ ਮੁਤਾਬਕ ਆਪਣੇ ਮਤ ਦਾ ਪ੍ਰਚਾਰ ਕਰਦੇ। ਗੰਗਾ ਦੇ ਕੰਢੇ ਦੇ ਉੱਪਰ ਉਹ ਆਪਣੇ ਨੇਮ ਦੇ ਮੁਤਾਬਕ ਵੇਦਾਂ ਦਾ ਪ੍ਰਚਾਰ ਕਰ ਰਹੇ ਸਨ। ਕਹਿਣ ਲੱਗੇ, ਕਬੀਰ ਜੀ, ਧਰਮ ਉਹ ਹੁੰਦਾ ਜਿਹੜਾ ਧਰਮ ਨੂੰ ਮੰਨੇ। ਨਾ ਤੁਹਾਡਾ ਵੇਦਾਂ ਤੇ ਅਕੀਦਾ ਹੈ, ਨਾ ਤੁਹਾਡਾ ਕਿਤਾਬਾਂ ਤੇ ਅਕੀਦਾ ਹੈ। ਬਾਬਾ ਕਬੀਰ ਜੀ ਕਹਿੰਦੇ, ਭਲਿਓ, ਜਿਹਦੇ ਤੋਂ ਵੇਦ ਤੇ ਕਿਤਾਬ ਬਣੇ ਨੇ, ਮੈਂ ਉਹਦੇ ਤੇ ਅਕੀਦਾ ਰੱਖਦਾ ਹਾਂ। ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ, ਕੱਲੇ ਇਹਨਾਂ ਦੇ ਪੜ੍ਹਨ ਨਾਲ ਬਾਤ ਨਹੀਂ ਬਣਨੀ। ਇਸ ਪੱਖ ਨੂੰ ਜਿਵੇਂ ਬਾਬਾ ਕਬੀਰ ਜੀ ਨੇ ਬਹੁਤ ਖੁਲਾਸੇ ਦੇ ਨਾਲ ਆਪਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮੇਰੇ ਸਿਰ ਤੇ ਵੀ ਹੱਥ ਰੱਖਣ। ਮੈਂ ਇਹ ਆਮ ਬੇਨਤੀ ਕਰਦਾ ਰਹਿਣਾ, ਪਾਤਸ਼ਾਹ ਜਿਵੇਂ ਤੂੰ ਛੱਜੂ ਝੋਰ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਉਹਦੇ ਕੋਲੋਂ ਗੀਤਾ ਦੇ ਅਰਥ ਕਰਾਏ, ਸਾਡੀ ਇੰਨੀ ਸਮਰੱਥਾ ਨਹੀਂ ਵੀ ਤੇਰੀ ਧੁਰਕੀ ਬਾਣੀ ਦੀ ਅਸੀਂ ਵਿਆਖਿਆ ਕਰ ਸਕੀਏ। ਇਹ ਬਾਣੀ ਕਰਤੇ ਦੀ ਹੈ, ਇਹ ਬਾਣੀ ਕਰਤਾਰ ਦੀ ਹੈ, ਤੇ ਕਰਤਾਰ ਦੀ ਵਡਿਆਈ ਕਿਰਤ ਕਿਵੇਂ ਕਰ ਸਕਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਰਹਿਮਤ ਨੂੰ ਪ੍ਰਾਪਤ ਹੋਈਏ। ਮੱਸਿਆ ਦਾ ਦਿਨ ਹੈ ਤੇ ਮੱਸਿਆ ਦੀ ਰਾਤ ਨੂੰ ਹਨੇਰਾ ਹੁੰਦਾ, ਹਨੇਰਾ। ਆਪਾਂ ਮੱਸਿਆ ਵਾਲੇ ਦਿਨ ਗੁਰਦੁਆਰੇ ਇਸ ਕਰਕੇ ਆਉਨੇ ਆ ਵੀ ਸਾਡੇ ਅੰਤਿਸ਼ਕਰ ਹਿਰਦੇ ਵਿੱਚ ਕਿਤੇ ਚਾਨਣ ਹੋ ਜਾਏ। ਕੱਲਾ ਇੱਥੇ ਆ ਕੇ ਗੇੜੇ ਕੱਢਣ ਨਾਲ ਬਾਤ ਨਹੀਂ ਬਣਨੀ। ਮੱਸਿਆ ਤੇ ਆਇਆ ਤੇ ਗੁਰੂ ਕੇ ਸਿੱਖਾ, ਜਿੱਥੇ ਬਾਹਰ ਹਨੇਰਾ ਤੇਰੇ ਅੰਦਰ ਵੀ ਹਨੇਰਾ ਹੈ। ਔਰ ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਦੀਵਾ ਜਗਾ। ਤੇ ਦੀਵਾ ਕਿਹੜਾ? ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਨਾਮ ਦਾ ਦੀਵਾ ਜਗ ਗਿਆ ਨਾ, ਦੀਵਾ ਜਲੇ ਹਨੇਰਾ ਜਾਏ। ਇਸ ਨਾਮ ਦੇ ਦੀਵੇ ਦੇ ਜਗਣ ਕਰਕੇ ਗੁਰਮੁਖੋ ਹਨੇਰਾ ਚਲਿਆ ਜਾਏਗਾ। ਦੀਵਾ ਕਿਹੜਾ ਹੈ? ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਆ ਪੜ੍ਹਦੇ ਗੁਰਬਾਣੀ। ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ। ਇਹ ਗੁਰੂ ਕੀ ਬਾਣੀ ਇੱਕ ਚਾਨਣ ਹੈ, ਇਹ ਨੂਰ ਹੈ, ਤੇ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨਾਂ ਦੇ ਹਿਰਦੇ ਵਿੱਚ ਵਸੇਗੀ। ਹਜ਼ੂਰ ਸਾਡੇ ਤੇ ਰਹਿਮਤਾਂ ਕਰਨ, ਇਕਾਗਰ ਹੋਣ ਦਾ ਯਤਨ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾ ਕੀ ਕਬੀਰ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਰੂਪੀ ਬ੍ਰਹਮ ਆਚਰਨ ਤੇ ਰੱਖਿਆ ਕਰਦਾ ਹੈ, ਲੇਕਿਨ ਗੱਲ ਤਾਂ ਬਣੇਗੀ ਜੇ ਗੁਰੂ ਕਿਰਪਾ ਕਰੇ। ਮੈਂ ਆਪ ਜੀ ਨੂੰ ਤਕਰੀਬਨ ਇਹ ਬੇਨਤੀ ਕਰਦਾ ਰਹਿਣਾ ਕਿ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦਾ ਨਿਚੋੜ ਉਹ ਗੁਰਮੁਖਾ ਹੈ, ਗੁਰਪ੍ਰਸਾਦ। ਗੁਰੂ ਦੀ ਕਿਰਪਾ ਤੋਂ ਬਿਨਾਂ ਬਾਤ ਨਹੀਂ ਬਣਨੀ, ਤੇਰੀ ਮਿਹਨਤ ਨਾਲ ਬਾਤ ਨਹੀਂ ਬਣਨੀ। ਇਸ ਕਰਕੇ ਇੱਕ ਅਦਵੈਤ ਰੂਪੀ ਬ੍ਰਹਮ, ਉਹਦੇ ਨਾਲ ਮਿਲਾਉਣ ਵਾਸਤੇ ਕੇਵਲ ਤੇ ਕੇਵਲ ਗੁਰੂ ਸਾਡੇ ਤੇ ਕਿਰਪਾ ਕਰੇ, ਗੱਲ ਤਾਂ ਬਣੇਗੀ। ਔਰ ਉਹਦਾ ਅੰਤ ਨਹੀਂ। ਜਿਹੜਾ ਓੰਕਾਰ ਦਾ ਖੁੱਲਾ ਹੋੜਾ ਹੈ ਨਾ, ਉਹ ਇਸ ਗੱਲ ਦਾ ਸੰਕੇਤ ਹੈ। ਦੁਨੀਆ ਦੇ ਧਰਮ ਅਸਥਾਨ ਕਿਸੇ ਮੌਕੇ ਤੇ ਬੰਦ ਹੋ ਜਾਂਦੇ ਹਨ, ਲੇਕਿਨ ਓੰਕਾਰ ਦਾ ਖੁੱਲਾ ਹੋੜਾ ਇਸ ਗੱਲ ਦਾ ਸੰਕੇਤ ਹੈ। ਗੁਰਮੁਖਾ, ਉਹਦੇ ਅੱਗੇ ਦਿਨੇ ਅਰਦਾਸ ਕਰ, ਉਹਦੇ ਅੱਗੇ ਰਾਤ ਨੂੰ ਅਰਦਾਸ ਕਰ, ਉਹਦਾ ਦਰਵਾਜ਼ਾ ਕਦੇ ਬੰਦ ਨਹੀਂ ਹੁੰਦਾ। ਰੱਬ ਦਾ ਦਰਵਾਜ਼ਾ ਬੰਦ ਨਹੀਂ ਹੁੰਦਾ।
ਇਹ ਓੰਕਾਰ ਦਾ ਖੁੱਲਾ ਹੋੜਾ ਇਸ ਗੱਲ ਦਾ ਪ੍ਰਤੀਕ ਹੈ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਹਾਂਜੀ, ਵੇਦ ਕਤੇਬ ਇਫਤਰਾ ਭਾਏ। ਇਫਤਰਾ ਦਾ ਭਾਵ ਹੁੰਦਾ ਸ਼ੀਸ਼ਾ। ਚਾਰ ਵੇਦ ਕਿਹੜੇ ਨੇ? ਰਿਗ, ਜੁਜਰ, ਸਿਆਮ ਤੇ ਅਥਰਵਣ। ਇਹ ਚਾਰ ਵੇਦਾਂ ਦੇ ਚਾਰ ਨਾਂ ਹਨ, ਜਿਹਦੇ ਤੇ ਸਾਡੇ ਹਿੰਦੂ ਭਰਾਵਾਂ ਦਾ ਅਕੀਦਾ ਹੈ। ਇਸੇ ਤਰ੍ਹਾਂ ਯਹੂਦੀ ਮਤ, ਇਸਲਾਮ ਮਤ, ਈਸਾਈ ਮਤ, ਉਹਨਾਂ ਦੀਆਂ ਚਾਰ ਕਿਤਾਬਾਂ ਹਨ, ਤੌਰੇਤ, ਅੰਜੀਲ, ਜ਼ਬੂਰ ਤੇ ਕੁਰਾਨ। ਇਹ ਚਾਰ ਕਿਤਾਬਾਂ ਹਨ। ਬਾਬਾ ਕਬੀਰ ਜੀ ਕਹਿੰਦੇ, ਗੁਰਮੁਖਾ ਸ਼ੀਸ਼ੇ 'ਚ ਮੂੰਹ ਵੇਖੀਏ ਤੇ ਸਾਡੇ ਮੂੰਹ ਤੇ ਕਾਲਕ ਲੱਗੀ ਹੈ। ਸ਼ੀਸ਼ਾ ਇਹ ਤਾਂ ਦੱਸ ਦੇਗਾ ਵੀ ਤੇਰੇ ਮੂੰਹ ਤੇ ਕਾਲਕ ਲੱਗੀ, ਪਰ ਲਾ ਨਹੀਂ ਸਕਦਾ। ਸ਼ੀਸ਼ਾ ਵੇਖਾਂਗੇ ਨਾ ਤੇ ਸਾਡਾ ਮੂੰਹ ਤੇ ਦਾਗ ਲੱਗਾ, ਤੂੰ ਕਹੇਗਾ ਵੀ ਦਾਗ ਲੱਗਾ, ਦੱਸ ਦਿੰਦਾ ਹੈ। ਲੇਕਿਨ ਸ਼ੀਸ਼ੇ ਦੇ ਵਿੱਚ ਦਾਗ ਲਾਉਣ ਦੀ ਤਾਕਤ ਨਹੀਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀਏ ਨਾ ਵਿਚਾਰ ਕੇ, ਇਹ ਨਹੀਂ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵੇਦਾਂ ਨੂੰ ਮਾੜਾ ਕਹਿੰਦੇ ਨੇ, ਨਾ ਨਾ, ਕਹਿੰਦੇ ਨੇ ਵੇਦ ਕਤੇਬ ਕਹੋ ਮਤ ਝੂਠੇ। ਝੂਠਾ ਜੋ ਨਾ ਵਿਚਾਰੇ, ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਦਾ ਝੂਠਾ ਹੈ। ਪਰ ਨਾਲ ਇਹ ਵੀ ਕਿਹਾ ਵੇਦ ਕਤੇਬ ਸਿਮਰਤ ਅਰ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾ ਕੇ ਤਾਂ ਕਿ ਨਿਰਮਲ ਸੋਈ। ਜੇ ਆਖੇ ਨਾ ਵੀ ਇਹਨਾਂ ਦੇ ਇਕੱਲੇ ਪੜ੍ਹਨ ਨਾਲ ਬਾਤ ਬਣ ਜੇ, ਤੇ ਪੜ੍ਹਨ ਨਾਲ ਬਾਤ ਨਹੀਂ ਬਣਨੀ। ਸਾਡੇ ਸਿੱਖ ਇਤਿਹਾਸ 100 ਸਾਖੀ ਵਿੱਚ ਇੱਕ ਸਾਖੀ ਦਰਜ ਹੈ, ਜਿਹੜੀ ਆਪਾਂ 100 ਸਾਖੀ ਤੇ ਬੜਾ ਵਿਸ਼ਵਾਸ ਰੱਖਦੇ ਹਾਂ ਕਿ ਗੁਰਮੁਖ ਪਿਆਰੇ ਨੇ, ਚੇਚੇ ਪੜ੍ਹਦੇ ਨੇ, ਵਿਚਾਰਦੇ ਨੇ। 100 ਸਾਖੀ ਦੀ ਇੱਕ ਸਾਖੀ ਹੈ ਵੀ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਬਾਣੀ ਬੜੀ ਪੜ੍ਹਦੇ ਆ, ਰਸ ਨਹੀਂ ਆਉਂਦਾ। ਹਜ਼ੂਰ ਕਹਿੰਦੇ ਵੀ ਗੁਰਮੁਖੋ ਮੈਂ ਤੁਹਾਨੂੰ ਗੱਲ ਕਹਿਣ ਲੱਗਾ ਤੇ ਇਹ ਗੱਲ ਸਮਝਾਉਣ ਵਾਸਤੇ ਇਹਨੂੰ ਰੱਸਾ ਨਾ ਪਾ ਲਿਆ ਜੇ। ਇੱਕ ਦੂਜੇ ਨੂੰ ਮੋਢੇ ਮਾਰਨ ਲੱਗ ਪਈ, ਅੱਜ ਆਪਣੀ ਗੱਲ ਬਣ ਗਈ। ਕਹਿੰਦੇ ਗੁਰਮੁਖੋ ਗੱਲ ਬਣੀ ਨਹੀਂ, ਮੈਂ ਤੁਹਾਨੂੰ ਸਮਝਾਉਣ ਲਈ ਕਹਿਣ ਲੱਗਾ ਵੀ ਰਗੜੋ ਜ਼ਰੂਰ, ਪਰ ਉਹਨੂੰ ਅੰਦਰ ਨਹੀਂ ਲਗਾਉਣਾ। ਚੁੜੀਆਂ ਕਰਨੀਆਂ, ਚੁੜੀਆਂ ਕੀਤੀਆਂ ਤੇ ਕਹਿਣ ਲੱਗੇ ਕੋਈ ਮਾੜਾ ਮੋਟਾ ਸਰੂਰ। ਕਹਿੰਦੇ ਤੁਸੀਂ ਆਖਿਆ ਸੀ ਵੀ ਇਹਨੂੰ ਅੰਦਰ ਨਹੀਂ ਲਗਾਉਣਾ, ਤੇ ਸਰੂਰ ਕਾਹਦਾ? ਕਹਿੰਦੇ ਇਸ ਪ੍ਰਕਾਰ ਤੁਸੀਂ ਬਾਣੀ ਦੀਆਂ ਚੁੜੀਆਂ ਤਾਂ ਕਰਦੇ, ਪਰ ਗੁਰਬਾਣੀ ਨੂੰ ਅੰਦਰ ਨਹੀਂ ਲਗਾਉਂਦੇ। ਵੇਦ ਕਤੇਬ, ਇੱਥੇ ਮੈਂ ਹੋਰ ਗੱਲ ਬੇਨਤੀ ਕਰਨਾ, ਸਾਖੀ ਆ ਗਈ। ਆਕਾਂ ਬਾਣੀ ਵੀ ਪੜ੍ਹਦੇ, ਪਰ ਆਪਾਂ ਆਪਣੇ ਮਤਲਬ ਦੀ ਸਾਖੀ ਵਿੱਚੋਂ ਕੱਢਦੇ ਹਾਂ, ਆਪਣੇ ਮਤਲਬ ਦੀ। ਇੱਕ ਬਾਬਾ ਸੁਥਰਾ ਜੀ ਹੋਏ ਨੇ, ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਦੋਂ ਮਾਤਾ ਭਾਗਭਰੀ ਦੇ ਚਲਾਣੇ ਦੇ ਮੌਕੇ ਤੇ ਉਹਦੀ ਅਰਦਾਸ ਨੂੰ ਮੰਨ ਕੇ ਸ਼੍ਰੀਨਗਰ ਗਏ, ਤੇ ਅੰਮ੍ਰਿਤ ਵੇਲੇ 12 ਮੂਲੇ ਦੇ ਇਲਾਕੇ ਵਿੱਚ ਕੱਪੜਿਆਂ 'ਚ ਇੱਕ ਨਿੱਕਾ ਜਿਹਾ ਬੱਚਾ ਮਾਂ ਪਿਓ ਨੇ ਲਪੇਟ ਕੇ ਸੁੱਟਿਆ। ਤੇ ਸੁੱਟਿਆ ਕਿਉਂ? ਇਹਦੇ ਜੰਮਦੇ ਦੇ ਦੰਦ ਨੇ, ਇਹ ਮਾਂ ਪਿਓ ਤੇ ਭਾਰੀ ਹੈ, ਰੰਗ ਵੀ ਉਹਦਾ ਕਾਲਾ। ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਵੀ ਸਿੰਘੋ, ਕਿਸੇ ਬੱਚੇ ਦੀ ਰੋਣ ਸਿੱਖੋ, ਕਿਸੇ ਬੱਚੇ ਦੀ ਰੋਣ ਦੀ ਆਵਾਜ਼ ਆਉਂਦੀ ਤੇ ਭਾਈ ਲੱਭੋ। ਝਾੜੀਆਂ 'ਚ ਬੱਚਾ ਪਿਆ ਤੇ ਇੱਕ ਸਿੱਖ ਨੇ ਚੁੱਕਿਆ ਤੇ ਉਹਨੇ ਕੱਪੜਾ ਮੂੰਹ ਤੋਂ ਲਾਇਆ ਪੋਤਲਿਆਂ ਤੋਂ, ਤੇ ਕਹਿੰਦਾ ਜੀ ਬੱਚਾ ਬੜਾ ਕੋਥਰਾ ਹੈ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਮੈਨੂੰ ਫੜਾ। ਹੁਣ ਜਿਹਦੇ ਮੱਥੇ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਹੱਥ ਲੱਗ ਜਾਏ, ਉਹ ਭਲਾ ਕੋਥਰਾ ਕਿਵੇਂ ਰਹੇਗਾ? ਉਹਦੇ ਮੱਥੇ ਤੇ ਹੱਥ ਰੱਖ ਕੇ ਆਖਿਆ, ਸਿੱਖਾ ਨਾ ਭਾਈ, ਇਹ ਕਰਤਾਰ ਦੀ ਕਿਰਤ ਹੈ, ਇਹਨੂੰ ਕੋਥਰਾ ਨਾ ਕਹੇ, ਇਹ ਸੁਥਰਾ ਹੈ। ਔਰ ਸਾਡੇ ਸਿੱਖ ਜਗਤ ਵਿੱਚ ਉਹਦਾ ਬਹੁਤ ਮਾਨ ਸਨਮਾਨ ਹੈ। ਜਿਹੜੀਆਂ ਗੁਰੂ ਕੀਆਂ ਬਖਸ਼ਾਂ ਨੇ, ਉਹਨਾਂ ਵਿੱਚ ਇੱਕ ਸੁਥਰੇ ਸ਼ਾਹੀਆ ਬਖਸ਼ਿਸ਼ ਵੀ ਹੈ। ਉਹਦਾ ਸੁਭਾਅ
ਬੜਾ ਹਸਮੁਖ ਸੀ ਤੇ ਹਰ ਗੱਲ ਵਿੱਚ ਕੋਈ ਨਾ ਕੋਈ ਸਿੱਖਿਆ ਹੁੰਦੀ ਸੀ। ਹਰ ਗੱਲ ਵਿੱਚ ਰਾਗੀ ਸਿੰਘ ਕੀਰਤਨ ਕਰਨ ਤੇ ਦੰਦੀਆਂ ਖਰਾਉਣ ਲੱਗ ਪਿਆ ਜਾ ਕੇ ਰਾਗੀਆਂ ਦੀਆਂ। ਬੜੀ ਬੁਰੀ ਬਾਤ ਹੈ। ਰਾਗੀ ਸਿੰਘਾਂ ਨੇ ਜਾ ਕੇ ਪਾਤਸ਼ਾਹ ਨੂੰ ਸ਼ਿਕਾਇਤ ਕੀਤੀ, ਪਾਤਸ਼ਾਹ ਤੁਸੀਂ ਇਹਨੂੰ ਭੂਏ ਕੀਤਾ, ਅਸੀਂ ਕੀਰਤਨ ਕਰਦੇ ਸਾਂ, ਦੰਦੀਆਂ ਖਰਾਉਂਦਾ ਸੀ। ਕਹਿਣ ਲੱਗੇ ਜੀ ਇਹਨਾਂ ਨੂੰ ਪੁੱਛੋ ਵੀ ਸ਼ਬਦ ਕਿਹੜਾ ਪੜ੍ਹਦੇ ਸਨ। ਕਹਿੰਦੇ ਜੀ ਚੇਤੇ ਨਹੀਂ। ਤੇ ਕਹਿੰਦੇ ਫਿਰ ਸ਼ਬਦ ਪੜ੍ਹਦੇ ਚੇਤਨਾ ਕਰਦੇ ਵੀ ਦੰਦੀਆਂ ਕਰਾਉਂਦੇ ਸਨ। ਇਸੇ ਤਰ੍ਹਾਂ ਦੀ ਘਟਨਾ ਹਲਵਾਈ ਨੂੰ ਕਹਿਣ ਲੱਗਾ ਵੀ ਗੁਰਮੁਖਾ ਹੁਣ ਬੁਢਾਪਾ ਆ ਗਿਆ ਤੇ ਕਮਜ਼ੋਰੀ ਹੈ, ਮੈਨੂੰ ਸੇਰ ਮਠਿਆਈ ਖਾਇਆ ਕਰਕੇ ਤੇ ਕਲਗੀਧਰ ਪਾਤਸ਼ਾਹ ਦੇ ਨਾਂ ਤੇ ਖਵਾਤਾ ਖੋਲ ਲਾ, ਵਿਸਾਖੀ ਨੂੰ ਪੈਸੇ ਗਿਣ ਕੇ ਦਿਆਂਗੇ ਪੂਰੇ। ਹਲਵਾਈ ਨੂੰ ਕੀ ਪਤਾ, ਖਾਧੀ ਗਿਆ ਰੋਜ਼ਾਨਾ ਮਠਿਆਈ ਖੋਆ। ਵਿਸਾਖੀ ਦਾ ਦਿਨ ਆਇਆ ਤੇ ਦੁਕਾਨਦਾਰ ਆਇਆ, ਲਾਲ ਵਹੀ ਫੜੀ, ਗੁਰਦੇਵ ਹੱਸ ਗਏ ਕਿਉਂਕਿ ਅੰਦਰ ਦੀ ਜਾਣਦੇ ਨੇ ਨਾ। ਕਹਿੰਦੇ ਸੇਠਾ ਅੱਜ ਬੜੀਆਂ ਵਹੀਆਂ ਫੜੀਆਂ ਨੇ ਗੁਰੂ ਦਰਬਾਰ ਵਿੱਚ, ਇੱਥੇ ਵਹੀਆਂ ਦਾ ਕੀ ਕੰਮ, ਇੱਥੇ ਤਾਂ ਲੇਖਾ ਜੋਖਾ ਨਿਬੜ ਜਾਂਦਾ। ਵਿਚਾਰਾ ਠੰਡਾ ਜਿਹਾ ਕੱਚਾ ਹੋ ਕੇ ਕਹਿਣ ਲੱਗਾ ਮੈਂ ਥੋੜੀ ਜਿਹੀ ਮਾਇਆ ਬਣਦੀ। ਕਹਿੰਦੇ ਕਿਹਦੇ ਕੋਲ ਲੈਣੀ? ਕਹਿੰਦੇ ਜੀ ਤੁਹਾਡੇ ਕੋਲੋਂ। ਹਜ਼ੂਰ ਹੱਸ ਕੇ ਕਹਿਣ ਲੱਗੇ ਵੀ ਗੁਰਮੁਖਾ ਸੀ ਖਾਤਾ ਕਾਹਦਾ ਖਲਾਇਆ, ਸਾਡੇ ਕੋਲੋਂ ਕਾਹਦੀ ਮਾਇਆ? ਕਹਿੰਦੇ ਜੀ ਭਾਈ ਸੁਥਰੇ ਨੇ ਆਖਿਆ ਸੀ ਵੀ ਕਲਗੀਧਰ ਬਾਪੂ ਨੇ ਆਖਿਆ ਵੀ ਸੁਥਰਿਆ ਤੈਨੂੰ ਕਮਜ਼ੋਰੀ ਹੋ ਗਈ ਏ ਤੇ ਤੂੰ ਹੁਣ ਖਵਾ ਖਾਇਆ ਕਰ, ਸਰੀਰ ਤਗੜਾ ਹੋ ਜਾਏਗਾ। ਦੀਵਾਲੀ ਤੋਂ ਸ਼ੁਰੂ ਕੀਤੀ ਤੇ ਵਿਸਾਖੀ ਹੋ ਗਈ, ਮੈਂ ਤਾਂ 6 ਮਹੀਨਿਆਂ ਬਾਅਦ ਆਇਆ। ਸੁਥਰਿਆ ਕਿਵੇਂ? ਕਹਿੰਦਾ ਜੀ ਘਸੁਣ ਮਾਰ ਕੇ ਬਾਹਰ ਕੱਢ ਦਿਓ। ਹਜ਼ੂਰ ਕਹਿੰਦੇ ਸਿਆਣਾ ਬਾਣਾ ਬੰਦਾ ਤੇ ਗੁਰੂ ਨਾਨਕ ਦੇ ਘਰ ਵਿੱਚ ਪਿਆਰ ਕਰੀਦਾ, ਘਸੁਣ ਮਾਰੀ। ਕਹਿੰਦੇ ਜੀ ਬਾਣੀ 'ਚ ਲਿਖਿਆ ਕੇਤੇ ਲੈ ਲੈ ਮੁੱਕਰ ਪਾਹੇ। ਤੇ ਕਲਗੀਧਰ ਬਾਪੂ ਕਹਿਣ ਲੱਗਾ ਅਗਲੀ ਪੰਕਤੀ, ਕੇਤੇ ਮੂਰ ਖਾਹੀ ਖਾਏ। ਕਹਿੰਦਾ ਜੀ ਇਹ ਮੈਨੂੰ ਦੇ ਦਿਓ, ਬਾਕੀ ਦੂਜਿਆਂ ਨੂੰ ਦੇ ਦਿਓ, ਇਹ ਸਾਡੀ ਅਵਸਥਾ ਜੇ, ਇਹ ਸਾਡੀ ਪੋਜੀਸ਼ਨ ਹੈ। ਆਪਣੀ ਮਰਜ਼ੀ ਦੇ ਅਰਥ ਕਰਦੇ ਹਾਂ, ਆਪਣੀ ਮਰਜ਼ੀ ਦੇ, ਆਪਣੀ ਜਿਹੜੀ ਸਾਡਾ ਮਤਲਬ ਹੱਲ ਹੋ ਜਾਏ ਨਾ, ਅਸੀਂ ਉਹ ਗੱਲ ਕਰਦੇ ਹਾਂ। ਕੇਤੇ ਲੈ ਲੈ ਮੁੱਕਰ ਪਾਹੇ, ਕਹਿੰਦਾ ਇਹ ਸਾਨੂੰ ਦੇ ਦਿਓ, ਕੇਤੇ ਮੂਰ ਖਾਹੀ ਖਾਏ, ਇਹ ਦੂਜਿਆਂ ਨੂੰ ਦੇ ਦਿਓ। ਮੇਰੇ ਪਾਤਸ਼ਾਹ ਕਹਿੰਦੇ ਨੇ ਵੇਦ ਕਿਤਾਬ ਕਤੇਬ ਸਿਮਰਤ ਅਰ ਸਾਸਤ ਇਨ ਪੜ੍ਹਿਆ ਮੁਕਤ ਨਾ ਹੋਈ, ਏਕ ਅੱਖਰ ਜੋ ਗੁਰਮੁਖ ਜਾਪੇ ਤਾਂ ਕਿ ਨਿਰਮਲ ਸੋਈ। ਉਹ ਅੱਖਰ ਕਿਹੜਾ ਹੈ? ਉਹ ਅੱਖਰ ਹੈ ਤੱਤੇ ਨੂੰ ਦਲੈਂ ਕਿਹੜਾ ਤੇ ਕੋਈ ਤੂੰ। ਜਿੰਨਾ ਚਿਰ ਮੈਂ ਨਾ ਮਰੀ ਤੂੰ ਨਾ ਆਈ, ਗੁਰਮੁਖੋ ਬਾਤ ਨਹੀਂ ਜੇ ਬਣਨੀ। ਬਾਣੀ ਸੁਪਰੀਮ ਕਿਉਂ ਹੈ? ਕਿਉਂ ਕਿਹਾ ਬਾਣੀ ਨਾਲ ਲੱਗੋ? ਇਹਦਾ ਜਵਾਬ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਆਇਆ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਕਹਿੰਦੇ ਵੇਦਾਂ ਤੇ ਕਿਤਾਬਾਂ ਦੇ ਹੁੰਦਿਆਂ ਬਾਣੀ ਦੀ ਕੋਈ ਲੋੜ ਹੈ ਤੇ ਧਰਤੀ ਦੇ ਥੱਲੇ ਮੀਂਹ ਤੇ ਫਿਰ ਤੁਸੀਂ ਕਦੇ ਕਿਹਾ ਵੀ ਮੀਂਹ ਨਾ ਪਏ? ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਮੇਘਲਾ ਕਹਿੰਦੇ ਨੇ ਮੀਂਹ ਨੂੰ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ, ਕੀ ਧਰਤੀ 'ਚ ਪਾਣੀ ਨਹੀਂ? ਫਰਕ ਗੁਰਮੁਖੋ ਇਹ ਹੈ, ਜਿਹੜਾ ਧਰਤੀ ਦਾ ਪਾਣੀ ਕਿਤੇ ਖਾਰਾ ਹੈ, ਕਿਤੇ ਤੇਲੀਆ ਹੈ, ਕਿਤੇ ਸ਼ੋਰੇ ਵਾਲਾ ਹੈ, ਲੇਕਿਨ ਮੀਂਹ ਦਾ ਪਾਣੀ 'ਚ ਨਾ ਸ਼ੋਰਾ ਨਾ ਤੇਲੀਆ, ਬਿਲਕੁਲ ਸਾਫ਼। ਥੱਲੇ ਦਾ ਪਾਣੀ ਟਿੱਬਿਆਂ ਤੇ ਮੋਟੇ ਥਾਵਾਂ ਤੇ ਨਹੀਂ ਚੜ ਸਕਦਾ, ਉੱਚਿਆਂ ਤੇ, ਲੇਕਿਨ ਮੀਂਹ ਦਾ ਪਾਣੀ ਹਰ ਉੱਚੇ ਨੀਵੇਂ ਥਾਂ ਤੇ ਜਾਂਦਾ ਹੈ। ਕਤੇਬ ਹਿੰਦੂਆਂ ਨੇ ਲੈ ਲੈ ਵੇਦ, ਕਤੇਬ ਮੁਸਲਮਾਨਾਂ ਨੇ ਲੈ ਲੈ ਤੇ ਇਹ ਵੀ ਕਹਿ ਦਿੱਤਾ ਵੀ ਇਹਨੂੰ ਬ੍ਰਾਹਮਣ ਕਥਾ ਕਰੇਗਾ, ਸ਼ੂਦਰ ਨੂੰ ਆਖੀ ਹੈ ਨਹੀਂ। ਜਿਹੜੀ ਬਾਣੀ ਹੈ ਨਾ, ਇਹ ਕਿਸੇ ਇੱਕ ਲਈ ਨਹੀਂ, ਇਹ ਸਾਰਿਆਂ ਲਈ ਹੈ। ਥੋੜਾ ਜਿਹਾ ਨਿਰਣਾ ਕਰਾਂ, ਵੇਦਾਂ ਦੇ 1 ਲੱਖ ਸ਼ਲੋਕ ਨੇ, ਜਿਨ੍ਹਾਂ ਚੋਂ 80,000 ਸ਼ਲੋਕ ਕਰਮ ਕਾਂਡ ਦਾ ਹੈ, 16,000 ਉਪਾਸ਼ਨਾ ਕਾਂਡ ਦਾ ਹੈ, 4,000 ਕਰਮ ਕਾਂਡ ਦਾ ਹੈ। ਤੇ ਸਾਨੂੰ ਤਾਂ ਬਾਬਾ ਕਹਿੰਦਾ ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੂਟੈ,
ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਤੇ ਛੂਟੈ। ਵੇਦਾਂ ਦਾ ਪਾਠ ਬ੍ਰਾਹਮਣ ਕਰਦਾ, ਵੈਸ਼ ਸੁਣਦਾ, ਖੱਤਰੀ ਸੁਣਦਾ, ਲੇਕਿਨ ਨੀਵੀਂ ਜਾਤ ਵਾਲੇ ਨੂੰ ਹਾਕੀ ਨਹੀਂ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਪੁੱਛਿਆ ਵੀ ਪਾਤਸ਼ਾਹ ਤੁਹਾਡਾ ਕੀ ਵਿਚਾਰ ਹੈ? ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਮੈਂ ਆਇਆ ਨੀਵਿਆਂ ਵਾਸਤੇ, ਮੈਂ ਵੱਡਿਆਂ ਤੂੰ ਕੀ ਲੈਣਾ। ਕੁਰਾਨ ਵਿੱਚ ਅੱਲਾ ਦਾ 100 ਨਾਮ ਹੈ, ਲੇਕਿਨ ਕੁਰਾਨ ਵਿੱਚ ਤੁਸੀਂ ਰਾਮ ਲਫ਼ਜ਼ ਨਹੀਂ ਜੀ ਲੱਭ ਸਕਦੇ। ਕੁਰਾਨ ਵਿੱਚ ਰਾਮ ਦਾ ਨਾਂ ਨਹੀਂ। ਅਗਰ ਰਾਮ ਦਾ ਨਾਮ ਲੈ ਲੇਗਾ ਤੇ ਕਹਿਣਗੇ ਤੂੰ ਕਾਫਰ ਹੋ ਗਿਆ, ਕਾਫਰ। ਵੇਦਾਂ ਵਿੱਚ ਅੱਲਾ ਹੈ ਨਹੀਂ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਕੀ ਹੈ? ਕਹਿੰਦੇ ਕੋਈ ਬੋਲੇ ਰਾਮ ਰਾਮ, ਇਹ ਨਹੀਂ ਆਖਿਆ ਰਾਮ ਨਾ ਕਹੋ। ਕਹਿੰਦੇ ਰਾਮ ਰਾਮ ਸੰਗ ਕਰ ਵਿਵਹਾਰ, ਰਾਮ ਰਾਮ ਪ੍ਰਾਣ ਆਧਾਰ। ਰਾਮ ਨੂੰ ਆਪਣੇ ਪ੍ਰਾਣਾਂ ਦਾ ਆਸਰਾ ਮੰਨ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਤਾਰ ਰਹੀਮ। ਕੋਈ ਨਹਾਵੇ ਤੀਰਥ, ਕੋਈ ਹਜ ਜਾਏ। ਇਹ ਨਹੀਂ ਆਖਿਆ ਤੀਰਥਾਂ ਤੇ ਨਾ ਜਾਓ, ਇਹ ਨਹੀਂ ਆਖਿਆ ਹਜ ਕਰ ਨਾ ਜਾਓ। ਹਜ ਵਾਲਾ ਕਹਿੰਦਾ ਤੀਰਥਾਂ ਤੇ ਕੀ ਲੈਣ ਗਿਆ ਸਾਂ, ਤੀਰਥ ਵਾਲਾ ਕਹਿੰਦਾ ਹਜ ਤੋਂ ਕੀ ਕਰਨਾ। ਇਹ ਕਹਿੰਦਾ ਦੋਵੇਂ ਥਾਂ ਠੀਕ ਨੇ। ਕੋਈ ਨਹਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ, ਕੋਈ ਪੜ੍ਹੇ ਵੇਦ, ਕੋਈ ਕਤੇਬ, ਕੋਈ ਓਢੇ ਨੀਲ, ਕੋਈ ਸਫੇਦ ਕਿਸੇ ਚਿੱਟੇ ਪਾ ਲੈ, ਕਿਸੇ ਨੀਲੇ ਪਾ ਲੈ। ਕੋਈ ਕਹਿ ਤੁਰਕ, ਕੋਈ ਕਹਿ ਹਿੰਦੂ, ਕੋਈ ਬਾਂਸ਼ੇ ਭਿਸਤ, ਕੋਈ ਸੁਰਗਿੰਦੂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਕਹਿੰਦੇ ਹੁਕਮ ਕੀ ਆਪਰ ਜਾਣਾ ਪਾੜ ਕਰਦੇ, ਨਾਨਕ ਹੁਕਮੈ ਜੇ ਬੁਝੈ ਧੌਮੇ ਕਹਿ ਨਾ ਕੋਏ। ਜਿੰਨਾ ਚਿਰ ਮੈਂ ਨਹੀਂ ਮਰੀ ਗੁਰਮੁਖ ਪਿਆਰਾ, ਤੇਰਾ ਕਿਸੇ ਗਿਣਤੀ ਵਿੱਚ ਬਾਤ ਨਹੀਂ ਬਣਨੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੇਦ ਕਤੇਬ ਪਿਆਰਿਆ ਸ਼ੀਸ਼ੇ ਦੀ ਤਰ੍ਹਾਂ ਤਾਂ ਹੈਨ, ਲੇਕਿਨ ਜਿਹੜੇ ਦਿਲ ਵਿੱਚ ਚਿੰਤਾ ਨਾ, ਇਹ ਤੇਰੀ ਨਿਵਰਤ ਨਹੀਂ ਹੋਣੀ। ਤੇ ਬਾਬਾ ਕਹਿੰਦਾ ਚਿੰਤਾ ਕਿਵੇਂ ਨਿਵਰਤ ਹੋਵੇਗੀ? ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜੋ ਪਾਨੀ ਰਹਾਓ। ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕੇ ਨ ਮਰਨ ਪਛਾਨਾ। ਅਜਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਜਾਗ ਲਿਓ ਰਮਨਾ ਜਾਗ ਲਿਓ, ਕਾਂ ਗਾਫਲ ਸੋਇਆ, ਜੋ ਤਨ ਉਪਜੋ ਸੰਗ ਵੀ, ਸੋ ਵੀ ਸੰਗ ਨਾ ਹੋਇਆ। ਜਿਹੜਾ ਤਨ ਲੈ ਕੇ ਆਇਆ ਸਾ ਨਾ, ਜਾਣ ਲੱਗਿਆ ਇਹ ਵੀ ਨਾਲ ਨਹੀਂ ਜਾਣਾ। ਇਸ ਕਰਕੇ ਪਿਆਰਿਆ ਇਹਨਾਂ ਕੇਵਲ ਤੇ ਕੇਵਲ ਪੜ੍ਹਨ ਨਾਲ ਆਖੇ ਵੀ ਤੇਰਾ ਫਿਕਰ ਚੱਕਿਆ ਜਾਏ, ਨਹੀਂ ਜਾਣਾ। ਦਿਲ ਕਾ ਫਿਕਰ ਨਾ ਜਾਏ, ਜਿਹੜੇ ਤੇਰੇ ਦਿਲ ਦੀ ਚਿੰਤਾ ਇਹ ਦੂਰ ਨਹੀਂ ਹੋਣੀ। ਟੁਕ ਦਮ ਕਰਾਰੀ ਜਾਓ ਕਰਹੋ। ਬੇਨਤੀ ਕੀਤੀ ਵੀ ਕਬੀਰ ਜੀ ਹੁਣ ਤੁਸੀਂ ਦੱਸੋ ਫਿਰ ਕੀ ਕਰਨਾ ਚਾਹੀਦਾ ਹੈ? ਕਹਿੰਦੇ ਗੁਰਮੁਖੋ ਟੁਕ ਦਮ ਕਰਾਰੀ ਭਾਵ ਇਕਾਗਰ ਚੇਤਾਂ ਕਰ, ਆਪਣੇ ਸਵਾਸਾਂ ਨੂੰ ਰੋਕਣਾ, ਜਿਹਨੂੰ ਆਪਾਂ ਕਹਿੰਦੇ ਅਫੁਰ ਅਵਸਥਾ। ਆਪਾਂ ਕਿਸੇ ਟਾਈਮ ਗੁਰਮੁਖੋ ਬੈਠੀਏ, ਆਪਾਂ ਬਾਣੀ ਦੀਆਂ ਪੌੜੀਆਂ ਘੱਟ ਪੜ੍ਹਦੇ ਹਾਂ ਤੇ ਫੁਰਨੇ ਸਾਨੂੰ ਜ਼ਿਆਦਾ ਤੰਗ ਕਰਦੇ ਹਨ। ਆਪਾਂ ਇੱਥੇ ਬੈਠੇ ਹਾਂ ਨਾ, ਤਨ ਕਰਕੇ ਤਾਂ ਬੈਠੇ, ਪਰ ਆਪਣਾ ਮਨ ਜਿਵੇਂ ਕਾਜੀ ਕਾਬਲ ਵਿੱਚ ਘੋੜੇ ਖਰੀਦਾ ਨੇ, ਸਾਡੀ ਸਾਰਿਆਂ ਦੀ ਅਵਸਥਾ ਹੈ। ਬਾਬਾ ਕਬੀਰ ਜੀ ਕਹਿੰਦੇ ਜਿੰਨਾ ਚਿਰ ਗੁਰਮੁਖਾ ਤੇਰਾ ਮਨ ਇਕਾਗਰ ਨਹੀਂ ਨਾ ਹੁੰਦਾ ਤੇ ਬਾਤ ਨਹੀਂ ਬਣਨੀ। ਇਸ ਕਰਕੇ ਇਉਂ ਕਰ ਟੁਕ ਦਮ ਕਰਾਰੀ ਜਾਓ ਕਰੋ। ਆਪਣੇ ਮਨ ਨੂੰ ਇਕਾਗਰ ਕਰਨਾ ਕਰ, ਸਵਾਸਾਂ ਨੂੰ ਫੁਰਨਿਆਂ ਨੂੰ ਰੋਕ ਕਰਕੇ। ਹਾਜ਼ਰ ਹਜੂਰ ਖੁਦਾਏ, ਉਹ ਪਿਆਰਿਆ ਪਰਮਾਤਮਾ ਕਿਤੇ ਦੂਰ ਤਾਂ ਨਹੀਂ। ਆਪਾਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ, ਪ੍ਰਭ ਨੇਰਾ ਹੈ, ਇਹਦਾ ਵਿਸਰਾਮ ਲਾਉਣ ਲੱਗਿਆ ਖਿਆਲ ਰੱਖਣਾ ਖਾਸ ਕਰਕੇ। ਪ੍ਰਭ ਨੇਰਾ ਹੈ,
ਨਾ ਹੀ ਦੂਰ। ਜਿਹੜਾ ਵਾਹਿਗੁਰੂ ਹੈ ਨਾ ਉਹ ਬਹੁਤ ਲਾਗੇ, ਦੂਰ ਨਹੀਂ। ਸੰਤ ਅਸੀਂ ਤਾਂ ਕਰਦੇ ਵੀ ਸਾਨੂੰ ਸਟੇਜ ਕੇ ਤਾਂ ਜਾਂਦਾ ਲਫ਼ਜ਼ ਉਹ ਹੁੰਦਾ ਤੇ ਅਸੀਂ ਗਲਤ ਪਾਠ ਕਰਕੇ ਨਰਥ ਕਰਦੇ ਨੇ। ਕਈ ਕਰਨਗੇ ਪ੍ਰਭ ਨੇਰੇ ਨਾ ਹੀ, ਇਹਦਾ ਅਰਥ ਹੈ ਪਰ ਰੱਬ ਲਾਗੇ ਨਹੀਂ, ਦੂਰ। ਇਹਦਾ ਉਚਾਰਨ ਕਰਨਾ ਪ੍ਰਭ ਨੇਰਾ ਨਾ ਹੀ ਦੂਰ। ਵਾਹਿਗੁਰੂ ਸਾਡੇ ਲਾਗੇ ਹੈ, ਕਿਤੇ ਦੂਰ ਨਹੀਂ। ਇਸ ਕਰਕੇ ਇੱਥੇ ਉਹ ਸਿਧਾਂਤ ਹੈ ਜਿਹੜਾ ਪ੍ਰਮਾਤਮਾ ਉਹ ਹਾਜ਼ਰ ਹਜ਼ੂਰ ਹੈ, ਖੁਦ ਆਪ। ਬੰਦੇ ਖੋਜ ਦਿਲ ਹਰ ਰੋਜ਼। ਇਸ ਕਰਕੇ ਪਿਆਰਿਆ ਇਉਂ ਕਰ, ਬਾਹਰ ਨਾ ਜਾ, ਆਪਣੇ ਅੰਦਰੋਂ ਲੱਭ। ਤੇ ਇਹ ਖੇਚਲ ਤੈਨੂੰ ਲਗਾਤਾਰ ਕਰਨੀ ਪਏਗੀ। ਬੰਦੇ ਖੋਜ ਦਿਲ ਹਰ ਰੋਜ਼। ਇਹ ਬੰਦਿਆ ਰੋਜ਼ਾਨਾ ਆਪਣੇ ਦਿਲ ਚੋਂ ਪ੍ਰਮਾਤਮਾ ਨੂੰ ਲੱਭਣਾ ਕਰ। ਹਰ ਰੋਜ਼ ਦੀ ਕੀ ਲੋੜ ਹੈ? ਗੁਰੂ ਨਾਨਕ ਨਿਵਾਸ ਤੇ ਸੰਤ ਬਾਬਾ ਜਰਨੈਲ ਸਿੰਘ ਸਨ ਤੇ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਦਾ ਬੜਾ ਪ੍ਰੇਮ ਸੀ ਇਹਨਾਂ ਦੇ ਨਾਲ। ਤੇ ਸੁਭਾਵਕ ਆਏ ਤੇ ਕਹਿਣ ਲੱਗੇ, ਸੰਤ ਜੀ ਇੱਕ ਬੇਨਤੀ ਕਿ ਦੱਸੋ ਜੀ। ਕਹਿੰਦੇ ਜੀ ਵੇਖੋ ਦਫ਼ਤਰਾਂ ਵਿੱਚ ਐਤਵਾਰ ਛੁੱਟੀ ਹੋ ਜਾਂਦੀ ਹੈ, ਲੋਕੀ ਆਰਾਮ ਕਰਦੇ ਨੇ, ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਐਤਵਾਰ ਨਿਤਨੇਮ ਦਾ ਨਾਗਾ ਨਾ ਪਾ ਲਿਆ ਕਰੀਏ। ਜਾਣ ਕੇ ਪਿਆਰ ਨਾਲ ਕਿਹਾ ਉਹਨੇ, ਸੁਖਜਿੰਦਰ ਸਿੰਘ ਨੇ ਸੰਤ ਜਰਨੈਲ ਸਿੰਘ ਹੋਰਾਂ ਨੂੰ, ਵੀ ਮਹਾਰਾਜ ਰੋਜ਼ ਬਾਣੀ ਪੜ੍ਹੀ ਦੀ, ਨਿਤਨੇਮ ਕਰੀਦਾ, ਤੇ ਵੇਖੋ ਦਫ਼ਤਰਾਂ ਵਿੱਚ ਵੀ ਐਤਵਾਰ ਛੁੱਟੀ ਹੋ ਜਾਂਦੀ ਹੈ, ਤੇ ਭਲਾ ਐਤਵਾਰ ਦਾ ਨਾਗਾ ਨਾ ਪਾ ਲਈਏ। ਜਾਣ ਕੇ ਕਿਹਾ। ਸੰਤ ਜਰਨੈਲ ਸਿੰਘ ਕਹਿਣ ਲੱਗੇ ਵੀ ਸਰਦਾਰ ਜੀ ਤੁਸੀਂ ਦਲੀਲ ਤਾਂ, ਕਿਉਂਕਿ ਪੜ੍ਹੇ ਲਿਖੇ ਹੋ, ਦਲੀਲ ਤੁਹਾਡੀ ਬੜੀ ਕਾਰਗਰ ਹੈ, ਪਰ ਮੇਰਾ ਇੱਕ ਵਿਚਾਰ ਹੈ ਵੀ ਤੁਸੀਂ ਐਤਵਾਰ ਰੋਟੀ ਖਾਂਦੇ ਜੇ? ਕਹਿੰਦੇ ਵੀ ਉਹ ਤਾਂ ਖਾਣੀ ਪੈਂਦੀ ਹੈ। ਤੇ ਕਹਿੰਦੇ ਸਾਹ ਲੈਂਦੇ ਜੇ, ਐਤਵਾਰ ਸਾਹ ਬੰਦ ਕਰ ਲਿਆ ਕਰੋ। ਉਹ ਕਹਿੰਦਾ ਸੰਤ ਜੀ ਸਵਾਸ ਦਾ ਇੱਕ ਮੂੰਹ ਬੰਦਾ ਮਰ ਜਾਂਦਾ ਹੈ। ਤੇ ਕਹਿੰਦੇ ਹੁਣ ਤੁਹਾਡੇ ਬਿਆਨਾਂ ਦੇ ਮੁਤਾਬਕ ਜੇ ਸਵਾਸ ਬੰਦ ਹੋ ਜਾਏ ਤੇ ਬੰਦਾ ਮਰ ਜਾਂਦਾ। ਜੇ ਐਤਵਾਰ ਆਪਾਂ ਰੱਬ ਨੂੰ ਚੇਤੇ ਨਾ ਕੀਤਾ ਤੇ ਆਪਣੀ ਆਤਮਾ ਮਰ ਜਾਏਗੀ, ਆਪਾਂ ਜਿਉਂਦੇ ਮਰ ਜਾਵਾਂਗੇ। ਜੇ ਰੋਜ਼ਾਨਾ ਰੋਟੀ ਖਾਣਾ ਤਨ ਦੇ ਵਾਸਤੇ ਤੇ ਮਨ ਦੀ ਖੁਰਾਕ ਭੋਜਨ ਕਿਉਂ ਨਹੀਂ ਖਾਂਦਾ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਇਹ ਜੋ ਬੰਦਾ ਖਵਾਉਣਾ ਨਾ, ਉਸ ਪਰਿਪੂਰਨ ਪ੍ਰਮਾਤਮਾ ਨੂੰ ਰੋਜ਼ਾਨਾ ਆਪਣੇ ਹਿਰਦੇ ਦੇ ਅੰਦਰੋਂ ਲੱਭਣ ਦਾ ਯਤਨ ਕਰ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਕਸ਼ਾ ਪੜ੍ਹਦੇ ਹਾਂ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, पोप मध्यों बास बस्त है, मुकर माहे जैसे शाई, तैसे ही हर बसे निरंतर, काठी खोजो भाई। बाबा फरीद जी कहते फरीदा जंगल जंगल क्या भवै, वण कंडा मोड़ है, वसी रब हियालिए, जंगल क्या ढूंढे। जंगलों चों की लभदा वो तेरे हिरदे दे अंदर है ना, फिर परेशानी माहे। फिर प्यारे जे तू परमात्मा नूं रोजाना अपने अंदरों लभण दा यतन करेगा ना, तैनू परेशानी कोई नहीं। यह जो दुनिया सिहर मेला। असल जिहड़ा ये दुनिया ना, जिवें जादूगर भरा अपना जादू विखाउंदे ने चौंकां च बह करके, जादू दा खेल। ਕਹਿੰਦੇ ਜਿਹੜਾ ਸੰਸਾਰ ਹੈ ਨਾ ਇੱਕ ਜਾਦੂ ਦਾ ਖੇਲ ਹੈ। ਇਹ ਦੁਨੀਆ, ਇਹ ਜੋ ਦੁਨੀਆ ਸੇਰ ਮੇਲਾ, ਜਿਹੜੀ ਇਹ ਦੁਨੀਆ ਇੱਕ ਜਾਦੂਗਰ ਦੇ ਖੇਲ ਦੀ ਤਰ੍ਹਾਂ। ਕਿਸ ਤਰ੍ਹਾਂ? ਜਾਦੂਗਰ ਗੁਰਮੁਖੋ ਰੁਪਈਏ ਬਣਾ ਦਿੰਦਾ ਹੈ। ਜਾਦੂਗਰ ਕਈ ਗੱਜ ਕੱਪੜਾ ਬਣਾ ਦਿੰਦਾ ਹੈ, ਲੇਕਿਨ ਉਹਨਾਂ ਰੁਪਈਆਂ ਨੂੰ ਉਹ ਰੁਪਈਏ ਮੁੜ ਕੇ ਘੜੀ ਪਲ ਨੇ ਮੁੜ ਕੇ ਲੱਭਦੇ ਨਹੀਂ, ਉੱਡ ਜਾਂਦੇ ਨੇ, ਤੇ ਨਾ ਉਹ ਕੱਪੜਾ ਲੱਭਦਾ। ਇਹ ਦੁਨੀਆ ਸੇਰ ਮੇਲਾ। ਇਸ ਕਰਕੇ ਆਪਾਂ ਵੇਖਦੇ ਹਾਂ, ਆਪਾਂ ਸਮਝਦੇ ਨਹੀਂ। ਬੜੀ ਸੁੰਦਰ ਦ੍ਰਿਸ਼ਟਾਂਤ ਹੈ ਗੁਰੂ ਕੀ ਬਾਣੀ 'ਚ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓਏ, ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ। ਤੂੰ ਕਹਿਣਾ ਵੀ ਸ਼ੇਰ ਮੇਲਾ ਨਹੀਂ। ਜਿਵੇਂ ਜਾਦੂਗਰ ਦੇ ਫੁੱਲ ਗਾਇਬ ਹੋ ਗਏ, ਉਹਦਾ ਕੱਪੜਾ ਗਾਇਬ ਹੋ ਗਿਆ, ਉਹਨੇ ਅੰਬ ਦੀ ਗਿੜਕ ਤੋਂ ਅੰਬ ਬਣਾਇਆ, ਗਾਇਬ ਹੋ ਗਿਆ। ਤੇਰੀ ਮਾਂ ਨੇ ਮੂੰਹ ਚੋਂ ਬੁਰਕੀਆਂ ਕੱਢ ਕੱਢ ਕੇ ਤੇਰੇ ਮੂੰਹ 'ਚ ਪਾਈਆਂ, ਕਿਤੇ ਮਾਂ ਵਿਖਾ ਖਾਂ ਕਿੱਥੇ ਗਈ ਮਾਂ ਤੇਰੀ।
ਜਿਹੜੇ ਬਾਪੂ ਨੇ ਤੇਰੇ ਵਾਸਤੇ ਮਿਹਨਤਾਂ ਕੀਤੀਆਂ, ਤੂੰ ਅਰਬਾਂ ਰੁਪਏ ਖਰਚਣਾ, ਅੱਜ ਤੈਨੂੰ ਉਹ ਬਾਪੂ ਨਹੀਂ ਲੱਭਣਾ, ਅੱਜ ਤੈਨੂੰ ਉਹ ਬੇਬੇ ਨਹੀਂ ਲੱਭਣੀ। ਇਸ ਕਰਕੇ ਸੰਸਾਰ ਜਿਹੜਾ ਨਾ ਇੱਕ ਜਾਦੂਗਰ ਦੇ ਖੇਲ ਦੀ ਤਰ੍ਹਾਂ ਹੈ। ਦਸਤਗੀਰੀ ਨਾਹੇ ਨਾਲ ਕਲੀਅਰ ਕਰ ਦਿੱਤਾ ਵੀ ਜੇ ਦਸਤਗੀਰ ਤੋਂ ਭਾਵ ਹੁੰਦਾ ਫੜਨਾ ਹੱਥ ਨਾਲ, ਜੇ ਤੂੰ ਆਖੇ ਨਾ ਵੀ ਮੈਂ ਇਹਨਾਂ ਨੂੰ ਫੜ ਲਾਂ ਤੇ ਫੜਿਆ ਨਹੀਂ ਜਾਣਾ। ਆਪਣੇ ਤੇ ਜਵਾਨੀ ਆਈ, ਬੁੱਢਿਆਂ ਨੂੰ ਚਿੱਤ ਨਹੀਂ ਕਰਦਾ, ਪਰ ਗੁਰਮੁਖੋ ਸਾਤੇ ਜਵਾਨੀ ਫੜੀ ਨਹੀਂ ਗਈ, ਬੁਢਾਪਾ ਆ ਗਿਆ। ਤੇ ਜੇ ਜਵਾਨੀ ਤੋਂ ਬੁਢਾਪਾ ਆ ਗਿਆ ਤੇ ਬੁਢਾਪਾ ਵੀ ਨਹੀਂ ਜੇ ਰਹਿਣਾ ਮੁੜ ਕੇ, ਇਹ ਵੀ ਸਾਡੇ ਹੱਥੋਂ ਚਲਾ ਜਾਣਾ ਹੈ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਇਹ ਪਕੜਿਆ ਨਹੀਂ ਜਾਣਾ, ਇੱਕ ਜਾਦੂ ਦਾ ਖੇਲ ਹੈ। ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਦਰੋਗ ਪੜ ਪੜ ਖੁਸ਼ੀ ਹੋਏ, ਜਿਹੜੀਆਂ ਝੂਠੀਆਂ ਗੱਲਾਂ ਨੇ ਪੜ ਪੜ ਖੁਸ਼ੀ ਹੋਣੇ, ਆ ਤੈਨੂੰ ਚੁਟਕਲਿਆਂ ਦੀ ਕਿਤਾਬ ਦਿਆਂ, ਬੜੇ ਮਜ਼ਾਕੀਆ ਚੁਟਕਲੇ ਨੇ। ਝੂਠ ਪੜ ਪੜ ਕੇ ਇਹ ਬੰਦਾ ਖੁਸ਼ੀ ਹੁੰਦਾ ਹੈ। ਬੇਖਬਰ ਬਾਦ ਬਕਾਹੇ ਬਿਨਾਂ ਕਿਸੇ ਸਮਝ ਤੋਂ ਫਜ਼ੂਲ ਬਕਵਾਸ ਕਰਦਾ, ਬਾਦ ਫਜ਼ੂਲ ਬਕਾਹੇ ਬਕਵਾਸ ਕਰਦਾ, ਬੋਲਦਾ, ਝਗੜਾ ਕਰਦਾ ਹੈ। ਹੱਕ ਸੱਚ ਖਾਲਕ ਖਲਕ ਮਿਆਨੇ, ਜਿਹੜਾ ਪਰਿਪੂਰਨ ਪਰਮਾਤਮਾ ਨਾਲ ਗੁਰਮੁਖਾ ਜਿਵੇਂ ਮਿਆਨ ਵਿੱਚ ਕਿਰਪਾਨ ਹੁੰਦੀ ਨਾ, ਇਸ ਪ੍ਰਕਾਰ ਉਹ ਖਲਕਤ ਵਿੱਚ ਵਸਦਾ ਹੈ। ਜਿਹਨੂੰ ਆਪਾਂ ਪੜ੍ਹਦੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਮੰਦੇ, ਏਕ ਨੂਰ ਤੇ ਸਭ ਜਗ ਉਪਜਿਓ ਕਮਨ ਭਲੇ ਕੋ ਮੰਦੇ। ਸਿਆਮ ਮੂਰਤ ਨਾਹੇ ਤੇ ਜੇ ਤੂੰ ਇਹ ਕਹਿ ਲੈ ਵੀ ਮੈਂ ਜਿਹੜੇ ਮੇਰੇ ਕਹਿਣ ਦੇ ਮੁਤਾਬਕ ਹੋਵੇ, ਉਹ ਆਪਾਂ ਸਿਆਮ ਮੂਰਤ ਕਹਿੰਦੇ ਕਾਲੇ ਰੰਗ ਵਾਲਾ, ਪਰਮਾਤਮਾ ਕਾਲੇ ਰੰਗ ਵਾਲਾ ਨਹੀਂ, ਉਹ ਸਾਰਿਆਂ ਰੰਗਾਂ ਦੇ ਵਿੱਚ ਹੈ। ਰਾਗ ਅਨਰੂਪਨ ਰੰਗ ਕੇਸ਼ ਤਿਉ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਸਮਾਨ ਮਿਆਨੇ ਲਹੰਗ ਦਰਿਆ, ਜਿਵੇਂ ਭਾਈ ਆਕਾਸ਼ ਅਰਥਾਂ ਤੇ ਵਿਆਪਕ ਹੈ, ਆਪਾਂ ਤੁਰੇ ਜਾਂਦੇ ਆ ਨਾ ਤੇ ਇਉਂ ਲੱਗਦਾ ਵੀ ਜਿਵੇਂ ਅੱਗੇ ਆਕਾਸ਼ ਧਰਤੀ ਨਾਲ ਲੱਗਾ ਹੈ। ਜਿਵੇਂ ਜਿਵੇਂ ਤੁਰੇ ਜਾਂਦੇ ਹੋ ਗਾਂ ਵਧੀ ਜਾਂਦਾ ਹੈ। ਇਸੇ ਪ੍ਰਕਾਰ ਜਿਵੇਂ ਅਸਮਾਨ ਹੈ ਨਾ, ਇਸੇ ਤਰ੍ਹਾਂ ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ ਉਹ ਬੜਾ ਵਿਸ਼ਾਲ ਹੈ, ਉਹਦਾ ਅੰਤ ਨਹੀਂ। ਔਰ ਜਿਵੇਂ ਦਰਿਆ ਦੇ ਵਿੱਚ ਇਸ਼ਨਾਨ ਕਰਕੇ ਮੈਲ ਲਾਹ ਲਈਦੀ ਨਾ, ਇਸ ਪ੍ਰਕਾਰ ਉਸ ਪਰਿਪੂਰਨ ਪਰਮਾਤਮਾ ਨੂੰ ਦਰਿਆ ਦੀ ਤਰ੍ਹਾਂ ਵਿਸ਼ਾਲ ਜਾਣ ਕਰਕੇ ਉਹਦੇ ਵਿੱਚ ਚੁੱਭੀਆਂ ਲਾਉਣਾ ਕਰ, ਅਧਿਆਤਮਿਕ ਚੁੱਭੀਆਂ ਲਾਉਣਾ ਕਰ। ਗੁਸਲ ਕਰ ਦਨ ਬੂਦ, ਇਹ ਸਮਝਿਆ ਤੂੰ ਇਹਦੇ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ? ਗੁਸਲ ਦਾ ਭਾਵ ਹੁੰਦਾ ਇਸ਼ਨਾਨ ਕਰਨਾ, ਇਸ਼ਨਾਨ ਕਰਨਾ। ਜਿਵੇਂ ਆਪਾਂ ਕਹਿੰਦੇ ਗੁਸਲਖਾਨਾ, ਇਸ਼ਨਾਨ ਕਰ, ਗੁਸਲ ਨਾਮ ਹੈ ਇਸ਼ਨਾਨ ਦਾ। ਤੂੰ ਇਹ ਜਿਵੇਂ ਆਪਾਂ ਰੋਜ਼ਾਨਾ ਪਾਠ ਕਰਦੇ ਭਰਗੇ ਮੱਤ ਪਾਪਾਂ ਕੇ ਸੰਗ, ਉਹ ਧੁੱਪ ਹੈ ਨਾਵੇ ਕੇ ਰੰਗ। ਨਾਮ ਦੇ ਨਾਲ ਆਪਣੇ ਅੰਤਸ਼ਕਰਨ ਨੂੰ, ਮਨ ਨੂੰ ਧੋਣ ਦਾ ਯਤਨ ਕਰ। ਸਾਡੀਆਂ ਬੀਬੀਆਂ ਭੈਣਾਂ ਕੱਪੜੇ ਧੋਂਦੀਆਂ ਤੇ ਉਹਨੂੰ ਕਹਿੰਦੇ ਫੁਰਕਣਾ ਪੰਜਾਬੀ 'ਚ। ਸਾਬਣ ਲਾਇਆ, ਮੁੜ ਕੇ ਪੋਲਾ ਪੋਲਾ ਫਿੜਕਿਆ ਤੇ ਉਹਦੀ ਮੈਲ ਲੈ ਜਾਂਦੀ ਹੈ, ਪਾਣੀ ਪਾਈਦਾ ਹੈ। ਇਸੇ ਪ੍ਰਕਾਰ ਗੁਰਮੁਖੋ ਅੰਤਸ਼ਕਰਨ ਨੂੰ ਧੋਣ ਦਾ ਕੀ ਤਰੀਕਾ ਹੈ? ਨਾਮ ਦਾ ਸਾਬਣ ਲਾਉਣਾ, ਨਾਮ ਦਾ, ਤੇ ਪ੍ਰੇਮ ਦਾ ਪਾਣੀ ਪਾਉਣਾ। ਹੌਲੀ ਹੌਲੀ ਜਿਹੜੀਆਂ ਜੁਗਤੀਆਂ ਨੇ, ਕਿਤੇ ਜੋੜਿਆਂ ਦੀ ਸੇਵਾ, ਕਿਤੇ ਭਾਂਡੇ ਮਾਂਜਣ ਦੀ ਸੇਵਾ, ਇਉਂ ਫੁਲਕਣ ਦੇ ਨਾਲ ਜਿਹੜੀ ਸਾਡੇ ਅੰਤਸ਼ਕਰਨ ਦੀ ਮੈਲ ਉਹ ਲੈ ਜਾਏਗੀ। ਇਕੱਲੇ ਸਾਬਣ ਨਾਲ ਮੈਲ ਨਹੀਂ ਲੈਂਦੀ, ਪਾਣੀ ਪਾਉਣਾ ਪੈਂਦਾ। ਪਾਣੀ ਤੇ ਜੇ ਪਾਣੀ ਪਾ ਕੇ ਤੇ ਕਈ ਵਾਰ ਵੇਖੀ ਤਾਂ ਬੰਦੇ ਸਾਥੋਂ ਆਦਮੀਆਂ ਤੋਂ ਕੱਪੜੇ ਸਾਫ਼ ਨਹੀਂ ਹੁੰਦੇ ਤੇ ਬੀਬੀਆਂ ਸਾਫ਼ ਕਰ ਦਿੰਦੀਆਂ ਨੇ। ਉਹਨਾਂ ਨੂੰ ਜੁਗਤੀ ਤੇ ਉਹਨੂੰ ਹੌਲਾ ਹੌਲਾ ਪੋਲਾ 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 ਉਹਨੂੰ ਹਿਲਾਉਂਦੀਆਂ ਰਹਿੰਦੀਆਂ ਨੇ, ਜਿਹਨੂੰ ਕਹਿੰਦੇ ਫੁਲਕਣਾ ਪੰਜਾਬੀ 'ਚ। ਇਸੇ ਪ੍ਰਕਾਰ ਨਾਮ ਦਾ ਸਾਬਣ, ਪ੍ਰੇਮ ਦਾ ਪਾਣੀ ਤੇ ਜੁਗਤੀਆਂ, ਕਿਸੇ ਨੇ ਤੱਪੜ ਝਾੜ ਲਏ, ਕਿਸੇ ਨੇ ਪੱਖਾ ਝਾਲਿਆ, ਕਿਸੇ ਨੇ ਭਾਂਡੇ ਮਾਂਜ ਲਏ। ਇਹਨਾਂ ਤਰੀਕਿਆਂ ਦੇ ਨਾਲ ਜਿਹੜੀ ਗੁਰਮੁਖੋ ਸਾਡੇ ਅੰਤਸ਼ਕਰਨ ਤੇ ਮੈਲ ਲੱਗੀ ਹੈ ਨਾ, ਇਹ ਲੈ ਜਾਏਗੀ। ਕਰ ਫਕਰ ਦਾਇਮ ਲਾਏ ਚਸ਼ਮੇ, ਇਥੋਂ ਪ੍ਰਤੀਤ ਹੁੰਦਾ ਵੀ ਜਿਹੜੀ ਐਨਕ ਬੜੀ ਪੁਰਾਣੀ ਹੈ। ਆਮ ਕਰਕੇ ਜਾਪਦਾ ਸੀ ਵੀ ਸ਼ਾਇਦ ਅੰਗਰੇਜ਼ ਲੈ ਕੇ ਆਏ ਹੋਣ ਸਾਡੇ ਦੇਸ਼ ਵਿੱਚ, ਲੇਕਿਨ ਗੁਰੂ ਬਾਬੇ ਨੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ, ਭਗਤ ਕਬੀਰ ਜੀ ਨੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹਦਾ ਜ਼ਿਕਰ ਕੀਤਾ ਹੈ। ਇਹਦਾ ਭਾਵ ਉਦੋਂ ਐਨਕ ਹੋਣਗੀਆਂ। ਚਸ਼ਮੇ ਤੋਂ ਭਾਵ ਹੁੰਦਾ ਐਨਕ। ਸੋ ਬਾਬਾ ਕਬੀਰ ਜੀ ਕਹਿੰਦੇ ਕਰ ਫਕਰ ਦਾਇਮ ਲਾਇਮ ਚਸ਼ਮੇ, ਮਨ ਤੇ ਬੁੱਧ ਕਿਉਂਕਿ ਦੋ ਅੱਖਾਂ ਹਨ।
ਮਨ ਤੇ ਬੁੱਧ ਜਿਹੜੇ ਦੋ ਸ਼ੀਸ਼ੇ ਨੇ ਨਾ, ਇਹਨਾਂ ਦੀ ਐਨਕ ਲਾ ਕਰਕੇ ਵੇਖਣਾ ਕਰ ਤੇ ਕੀ ਹੋਵੇਗਾ, ਜੈ ਤਾਂ ਮੌਜੂਦ, ਉਹ ਹਰ ਥਾਂ ਤੇ ਵਿਆਪਕ ਹੈ, ਕੋਈ ਜਗ੍ਹਾ ਉਹਦੇ ਤੋਂ ਬਿਨਾਂ ਨਹੀਂ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ। ਅੱਲਾਹ ਪਾਕੰ ਪਾਕ ਹੈ, ਜਿਹੜਾ ਪਰਿਪੂਰਨ ਪ੍ਰਮਾਤਮਾ ਗੁਰਮੁਖਾ ਪਵਿੱਤਰ ਤੋਂ ਪਵਿੱਤਰ ਹੈ, ਪਵਿੱਤਰ ਤੋਂ ਪਵਿੱਤਰ। ਇੱਥੇ ਇੱਕ ਮਿਸਾਲ ਗ੍ਰੰਥਾਂ 'ਚ ਆਉਂਦੀ ਹੈ। ਇਹ ਕਰਮਕਾਂਡੀ ਬੰਦਾ ਸਵੇਰੇ ਇਸ਼ਨਾਨ ਕਰਨ ਗਿਆ, ਕਿਸੇ ਜ਼ਮੀਨਦਾਰ ਦਾ ਖੂਹ ਚੱਲਦਾ ਸੀ, ਉਹ ਵਿਚਾਰਾ ਭੋੜਾ ਸੀ, ਉਹਨੇ ਹੱਥ ਧੋ ਦਿੱਤੇ ਤੇ ਉਹ ਕਰਮਕਾਂਡੀ ਉਹਦੇ ਗਲ ਪੈ ਗਿਆ ਵੀ ਤੈਨੂੰ ਨਹੀਂ ਪਤਾ ਵੀ ਮੈਂ ਜਾ ਕੇ ਅਕਰਮ ਕਰਨਾ, ਉੱਥੇ ਧਰਮ ਕਰਮ ਕਰਨਾ, ਤੇ ਤੂੰ ਵਿੱਚ ਹੱਥ ਧੋਣ ਲੱਗ ਪਿਆ। ਉਹ ਕਹਿੰਦਾ ਮਹਾਂਪੁਰਸ਼ੋ ਪਾਣੀ ਬੜਾ ਖੁੱਲ੍ਹਾ ਹੈ ਤੇ ਮੈਨੂੰ ਪਤਾ ਨਹੀਂ ਲੱਗਾ, ਤੇ ਮੈਨੂੰ ਹੁਕਮ ਕਰੋ ਵੀ ਫਿਰ ਇਹ ਤੁਹਾਡੀ ਤੁਸੀਂ ਸੁੱਚੇ ਕਿਵੇਂ ਹੋ ਜਾਓਗੇ। ਉਹ ਕਹਿੰਦਾ ਜੀ ਗ੍ਰੰਥਾਂ 'ਚ ਇਹ ਲਿਖਿਆ ਵੀ ਕਮਾਦ ਦੀ ਪੈੜੀ ਦੇ ਵਿੱਚ ਜਿਹੜਾ ਸੂਰ ਹੈ ਨਾ, ਸੂਰ ਨੇ ਹੁੱਡਾਂ ਨਾਲ ਮਿੱਟੀ ਪੁੱਟੀ ਹੋਵੇ ਤਾਂ ਸਵਾ ਮਿੱਟੀ ਪੰਡੇ ਤੇ ਮਲ ਲਈਏ ਤੇ ਬੰਦੇ ਦਾ ਸੁੱਧ ਹੋ ਜਾਂਦਾ। ਕਹਿਣ ਲੱਗਾ ਮਹਾਂਪੁਰਸ਼ੋ ਤਾਂ ਬੜੀ ਕਿਰਪਾ ਕੀਤੀ, ਜੇ ਕਮਾਦ ਮੇਰਾ ਖੁੱਲ੍ਹਾ ਤੇ ਮਿੱਟੀ ਵੀ ਉਹਦੇ ਵਾਧੂ, ਸੂਰ ਬੜੇ ਨੇ ਮੇਰੇ ਕਮਾਦ ਵਿੱਚ, ਮੈਂ ਮਾਫੀ ਮੰਗਦਾ ਵੀ ਤੁਹਾਡਾ ਲੇਟ ਹੋ ਚਲੇ ਜੇ ਤੁਸੀਂ। ਉਹਨੇ ਚਾਦਰ ਭਰੀ ਤੇ ਕਹਿਣ ਲੱਗਾ ਤੁਸੀਂ ਸਵਾ ਮਣ ਪੱਕਾ ਤੇ ਮੈਂ 2.5 ਮਣ ਲਿਆਂਦੀ, ਜੇ ਐਂ ਲਾ ਲਓ ਮੈਲ। ਜਦੋਂ ਇਸ਼ਨਾਨਪਨ ਕਰ ਲਿਆ ਨਾ, ਹੈ ਸੀ ਉਹ ਸ਼ਰਾਰਤੀ ਜ਼ਿਮੀਂਦਾਰ, ਜਾਣ ਕੇ ਭੋਲਾ ਬਣਿਆ, ਉਹਨੇ ਫਿਰ ਪਾਣੀ ਦੀ ਚੂੜੀ ਕੀ ਕਹਿਣ ਲੱਗਾ ਬੇੜਾ ਗਰ ਕਰ ਦਿੱਤਾ ਮੇਰਾ। ਕਹਿਣ ਲੱਗਾ ਤੁਹਾਡੀ ਕਾਹਦੀ ਕਿਰਿਆ ਹੈ, ਹੱਥ ਲਾਉਣ ਨਾਲ ਸਭ ਕੁਝ ਹੋ ਗਿਆ। ਇਸ ਪ੍ਰਕਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਉਹ ਇੰਨਾ ਪਵਿੱਤਰ ਹੈ, ਕਦੇ ਅਪਵਿੱਤਰ ਹੋ ਹੀ ਨਹੀਂ ਸਕਦਾ। ਅਲਾਹ ਪਾਕੰ ਪਾਕ ਹੈ, ਉਹ ਪਵਿੱਤਰਾਂ ਤੋਂ ਪਵਿੱਤਰ ਹੈ, ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਹੈ। ਸਾਕ ਕਰੋ ਜੇ ਦੂਸਰ ਹੋਏ, ਸ਼ੰਕਾ ਤਾਂ ਕਰ ਪਈ ਗੁਰਮੁਖਾ ਜੇ ਦੋ ਰੱਬ ਹੋਣ ਤੇ ਤੇਰਾ ਸ਼ਰੀਕ ਕੋ ਨਾਹੀਂ, ਜਿਸ ਨੂੰ ਲਵੇ ਲਾਏ ਸੁਣਾਇਆ। ਕਿਸੇ ਧਰਮ ਗ੍ਰੰਥ ਨੂੰ ਪੜ੍ਹੋ ਗੁਰਮੁਖੋ, ਹਜ਼ਾਰਾਂ ਧਰਮ ਨੇ, ਲੇਕਿਨ ਹਰ ਧਰਮ ਨੇ ਆਖਿਆ ਵੀ ਰੱਬ ਇੱਕ, ਰੱਬ ਦੋ ਨਹੀਂ ਕਿਸੇ ਨੇ ਆਖਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸ਼ੱਕ ਕਰੋ ਜੇ ਦੂਸਰ ਹੋਏ, ਜੇ ਕੋਈ ਦੂਜਾ ਹੋਵੇ ਤੇ ਤਾਂ ਸ਼ੱਕ ਕਰ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਪੰਡਤ ਜੀ ਮੌਲਵੀ ਜੀ ਤੁਸੀਂ ਨਾਰਾਜ਼ ਨਾ ਹੋ, ਇਹ ਸਾਰੀਆਂ ਉਹਦੀਆਂ ਰਹਿਮਤਾਂ ਤੇ ਜੋ ਨੇ ਕਰਨਾ ਕਰ ਰਿਹਾ। ਤੁਸੀਂ ਆਪਣੇ ਇਸ ਨੇਕ ਕਰਮ ਦੇ ਵਿੱਚ ਲੱਗੇ ਰਹੋ। ਇਹ ਪਾਵਨ ਸਿੱਖਿਆ ਅੱਜ ਦੇ ਪਾਵਨ ਸ਼ਬਦ ਵਿੱਚ ਬਾਬਾ ਕਬੀਰ ਜੀ ਦੇ ਰਾਹੀਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਅੱਜ ਗੁਰਮੁਖੋ ਸਾਡੇ 2 ਇਤਿਹਾਸਕ ਦਿਹਾੜੇ ਨੇ ਤੇ ਮੈਨੂੰ ਪ੍ਰਬੰਧਕਾਂ ਵੱਲੋਂ ਜੋ ਹੁਕਮ ਹੋਇਆ ਹੈ ਉਹਦੇ ਬਾਰੇ ਥੋੜ੍ਹੀ ਬਹੁਤ ਹੀ ਮੈਂ ਵਿਚਾਰ ਕਰਾਂ। ਸਾਡੀ ਕੌਮ ਦਾ ਮਹਾਨ ਗੁਰੂ ਕਾ ਸਿੱਖ ਮਹਾਰਾਜੇ ਰਣਜੀਤ ਸਿੰਘ ਦੀ ਅੱਜ ਬਰਸੀ ਹੈ। ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੋਬਿੰਦ ਸਿੰਘ ਖਾਲਸਾ ਦੀ ਬਰਸੀ ਹੈ। ਮੈਂ ਸਮੇਂ ਦੇ ਮੁਤਾਬਕ 1-2 ਘਟਨਾਵਾਂ ਕਹਿ ਕੇ ਤੇ ਸਮਾਪਤੀ ਕਰਾਂਗਾ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਬਡਰੁੱਖੇ ਨਗਰ ਵਿੱਚ ਹੋਇਆ। ਮਹਾਰਾਜੇ ਰਣਜੀਤ ਸਿੰਘ ਦੇ ਜਨਮ ਦੀ ਅਸੀਂ ਕਥਾ ਪੜ੍ਹੀਏ ਨਾ ਤੇ ਸਾਨੂੰ ਵਿਸ਼ੇਸ਼ ਤੌਰ ਤੇ ਇੱਕ ਨੁਕਤਾ ਇਹ ਮਿਲਦਾ ਹੈ ਵੀ ਕੋਈ ਪਤਾ ਨਹੀਂ ਕਿਹੜੇ ਮਹਾਂਪੁਰਸ਼ ਨੇ ਕਿੱਥੇ ਪਹੁੰਚ ਜਾਣਾ। ਇਹ ਸਾਡੇ ਵੱਸ ਦੀ ਗੱਲ ਨਹੀਂ, ਅਸੀਂ ਜਾਣ ਨਹੀਂ ਸਕਦੇ। ਆਪਾਂ ਰੱਬ ਨੂੰ ਜਾਣਨ ਦੀਆਂ ਗੱਲਾਂ ਕਰਦੇ ਹਾਂ ਨਾ। ਮੈਂ ਸਾਦੀ ਜੀ ਗੱਲ ਕਰ ਲਾਂ ਕਿਉਂਕਿ ਮੈਂ ਪੇਂਡੂ ਹਾਂ। ਗੁਰਮੁਖੋ ਆਪਣੇ ਘਰ ਧੀਆਂ ਨੇ, ਆਪਣੇ ਘਰ ਪੁੱਤਰ ਨੇ, ਤੇ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਨੂੰਹ ਕਿੱਥੋਂ ਹੋਣੀ ਹੈ। ਨੂੰਹ ਆਪਣੇ ਘਰ ਪਲਦੀ, ਪੁੱਤਰ ਸਾਡੇ ਘਰ ਪਲ ਰਿਹਾ ਹੈ। ਸਾਡੀ ਧੀ ਹੈ ਤੇ ਸਾਡਾ ਜਵਾਈ ਆਪਣੇ ਘਰ ਪਲ ਰਿਹਾ ਤੇ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਜਵਾਈ ਕਿਹਨੇ ਬਣਨਾ ਹੈ। ਬਾਕੀ ਦੀਆਂ ਗੱਲਾਂ ਤਾਂ ਬਹੁਤ ਦੂਰ ਨੇ ਨਾ। ਪੁਰਾਣੇ ਜ਼ਮਾਨੇ ਦੇ ਗਲਤ ਸੰਸਕਾਰਾਂ ਦੇ ਕਰਕੇ ਲੋਕੀ ਆਪਣੀਆਂ ਧੀਆਂ ਨੂੰ ਮਾਰ ਦਿੰਦੇ ਸਨ। ਇਹ ਸਾਡੇ ਹਿੰਦੁਸਤਾਨ 'ਚ ਬਹੁਤ ਵੱਡੀ ਕੁਰੀਤੀ ਸੀ। ਸਤੀ ਕਰਨਾ ਔਰ ਬੱਚੀਆਂ ਜੰਮਦੀਆਂ ਨੂੰ ਮਾਰਨਾ। ਵੇਖੋ ਮਨੁੱਖ ਦੀ ਚਲਾਕੀ। ਮਹਾਰਾਜੇ ਰਣਜੀਤ ਸਿੰਘ ਦੀ ਮਾਂ ਜੰਮੀ ਤੇ ਮਾਰਨ ਦਾ ਤਰੀਕਾ ਵੇਖੋ, ਚਲਾਕੀ ਵੇਖੋ। ਉਹਦੇ ਮੂੰਹ ਦੇ ਵਿੱਚ
ਹੱਥ ਵਿੱਚ ਪੂਣੀ ਫੜਾ ਦੇਣੀ ਵੱਟ ਕੇ ਮਾੜੀ ਜੀ ਰੂੰ ਦੀ, ਤੇ ਮੂੰਹ ਨੂੰ ਗੁੜ ਲਾ ਕੇ ਕਿਸੇ ਘੜੇ ਵਿੱਚ ਪਾ ਕੇ ਉੱਪਰੋਂ ਢੱਕਣ ਲਾ ਕੇ ਤੇ ਜਿਉਂਦੀ ਨੂੰ ਦੱਬ ਦੇਣਾ। ਇਹ ਸਾਡੇ ਸਮਾਜ ਦੀ ਕ੍ਰਿਤੀ ਸੀ। ਇਹ ਗੱਲ ਆਮ ਬੰਦੇ ਦੀ ਨਹੀਂ। ਮਹਾਰਾਜੇ ਰਣਜੀਤ ਸਿੰਘ ਦੀ ਮਾਂ ਜੰਮੀ ਤੇ ਉਹਦੇ ਮਾਂ ਪਿਓ ਨੇ ਉਹਦੇ ਹੱਥਾਂ ਦੇ ਵਿੱਚ ਪੂਣੀ ਫੜਾ ਕੇ ਤੇ ਮੂੰਹ 'ਚ ਗੁੜ ਦੀ ਰੋੜੀ ਰੱਖ ਕੇ ਢੇਲੀ ਰੱਖ ਕੇ ਦੱਬ ਕੇ ਆਖਿਆ, ਗੁੜ ਖਾਵੀਂ ਪੂਣੀ ਘੱਤੀ, ਆਪ ਨ ਆਵੀਂ ਤੇ ਵੀਰਾਂ ਨੂੰ ਘੱਲੀ। ਇਹ ਸਾਡੇ ਸਮਾਜ 'ਚ ਔਰਤ ਜਾਤੀ ਨਾਲ ਵੱਡਾ ਧੱਕਾ ਸੀ। ਮਹਾਰਾਜੇ ਰਣਜੀਤ ਸਿੰਘ ਦੀ ਮਾਂ ਨੂੰ ਦੱਬਿਆ ਗਿਆ। ਇੱਕ ਮਹਾਂਪੁਰਸ਼ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਬੜਾ ਆਉਂਦਾ, ਬਾਬਾ ਗੁੱਦੜ ਸਿੰਘ, ਲੋਕਾਂ 'ਚ ਬੜਾ ਸਤਿਕਾਰ ਸੀ। ਕਹਿੰਦੇ ਬਾਬਾ ਜੀ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਹੈ। ਇਹ ਸਾਰਾ ਰੱਬ ਨੇ ਢੋ ਢਕਾਇਆ। ਕਹਿਣ ਲੱਗੇ ਤੁਹਾਡੇ ਵਰਗੇ ਕੁੜੀ ਮਾਰਾਂ ਦੇ ਘਰੋਂ ਰੋਟੀ ਖਾਵਾਂ? ਸਾਨੂੰ ਤਾਂ ਪੰਜ ਪਿਆਰੇ ਸਾਹਿਬ ਬਣ ਕੇ ਕੁੜੀ ਮਾਰ ਨੜੀ ਮਾਰ ਦੇ ਨਾਲ ਨਹੀਂ ਵਰਤਣਾ। ਤੁਸੀਂ ਕੁੜੀ ਮਾਰ, ਮੈਂ ਤੁਹਾਡੀ ਕਰਤੂਤ ਨੂੰ ਜਾਣਦਾ, ਜਿਹੜਾ ਤੁਸੀਂ ਕੰਮ ਕੀਤਾ ਹੈ। ਨਕੰਮਿਓ ਤੁਸੀਂ ਕਰਤੇ ਨੂੰ ਕੀ ਜਾਣੋ। ਉਸ ਬੀਬੀ ਦੀ ਕੁੱਖ ਤੋਂ ਮਹਾਰਾਜੇ ਨੇ ਪੈਦਾ ਹੋਣਾ ਹੈ। ਤੁਸੀਂ ਕੀ ਜਾਣੋ ਕਰਤੇ ਦੇ ਰੰਗਾਂ ਨੂੰ। ਜਿਹਨੂੰ ਦੱਬ ਕੇ ਆਇਓ ਨਾ, ਉਹਦੀ ਕੁੱਖ ਤੋਂ ਇੱਕ ਮਹਾਨ ਬਲੀ ਮਹਾਰਾਜੇ ਨੇ ਪੈਦਾ ਹੋਣਾ ਹੈ। ਸੰਤ ਗੁੱਦੜ ਸਿੰਘ ਉਹਦੇ ਮਾਪਿਆਂ ਨੂੰ ਲੈ ਕੇ ਗਏ ਤੇ ਮਹਾਰਾਜੇ ਰਣਜੀਤ ਸਿੰਘ ਦੀ ਮਾਂ ਨੂੰ ਘੜੇ ਦੇ ਵਿੱਚੋਂ ਕੱਢਿਆ ਔਰ ਉਹਦੀ ਕੁੱਖ ਦੇ ਵਿੱਚੋਂ ਇਹ ਗੁਰੂ ਕਾ ਲਾਲ ਪੈਦਾ ਹੋਇਆ। ਆਪਾਂ ਜੰਗਾਂ ਤੇ ਯੁੱਧਾਂ ਦੀ ਗੱਲ ਕਰਦੇ ਹਾਂ, ਆਪਾਂ ਧਾਰਮਿਕ ਸਮਾਗਮ ਅਟੈਂਡ ਕਰ ਰਹੇ ਹਾਂ, ਉਹਦੇ ਤੋਂ ਸਿੱਖਿਆ ਲੈਣੀ ਹੈ। ਮਹਾਰਾਜੇ ਰਣਜੀਤ ਸਿੰਘ ਨੇ ਕਿਸੇ ਵੀ ਪਦਾਰਥ ਨੂੰ ਆਪਣਾ ਕਰਕੇ ਨਹੀਂ ਜਾਣਿਆ। ਸਾਡੀ ਜਿਹੜੀ ਮਾੜੀ ਚੀਜ਼ ਹੋਵੇ ਨਾ, ਉਹ ਦੂਜਿਆਂ ਦੀ, ਜਿਹੜੀ ਚੰਗੀ ਉਹ ਮੇਰੀ। ਮਹਾਰਾਜੇ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਸਿੰਘ ਦਾ ਵਿਆਹ ਹੋਇਆ। ਖੜਕ ਸਿੰਘ ਬੇਟਾ ਸੀ ਵੱਡਾ। ਸਰਦਾਰ ਸ਼ਾਮ ਸਿੰਘ ਦੀ ਟਾਰੀ ਦੀ ਬੇਟੀ ਬੀਬੀ ਨਾਨਕ ਕੌਰ ਨਾਲ ਉਹਦਾ ਵਿਆਹ ਹੋਇਆ। ਤੇ ਜ਼ਮਾਨੇ ਦੇ ਸਮਾਜਿਕ ਨਿਯਮਾਂ ਦੇ ਮੁਤਾਬਕ ਉਦੋਂ ਸਿਹਰਾ ਲਾਉਂਦੇ ਸਨ। ਸਿਹਰਾ ਧਾਰਮਿਕ ਮਰਜ਼ਾਦਾ ਨਹੀਂ, ਕਈ ਸਮਾਜਿਕ ਨਿਯਮ ਹੁੰਦੇ ਤੇ ਕਈ ਧਾਰਮਿਕ। ਇਹ ਸਮਾਜਿਕ ਨਿਯਮ ਹੈ। ਸਿਹਰਾ ਲਾਇਆ ਤੇ ਕਹਿਣ ਲੱਗਾ, ਪੁੱਤਰਾ ਇਹ ਸਿਹਰਾ ਤੇਰੇ ਲਾਇਕ ਨਹੀਂ, ਇਹ ਗੁਰੂ ਰਾਮਦਾਸ ਦੇ ਦਰ ਤੇ ਚਾਹੀਦਾ। ਸਿਹਰਾ ਬੜਾ ਸੋਹਣਾ ਤੇ ਉਹ ਸਿਹਰਾ ਅੱਜ ਵੀ ਸਾਡੇ ਕੋਲ ਹੈ। ਨਿਜ਼ਾਮ ਹੈਦਰਾਬਾਦ ਨੇ ਬਹੁਤ ਕੀਮਤੀ ਤੇ ਵਧੀਆ ਚੰਦੋਆ ਮਹਾਰਾਜੇ ਰਣਜੀਤ ਸਿੰਘ ਨੂੰ ਬਣਾ ਕੇ ਭੇਜਿਆ। ਇੱਥੇ ਅੰਮ੍ਰਿਤਸਰ ਹੀ ਉਹਨੇ ਲਾਇਆ, ਕਿਉਂਕਿ ਇੱਥੇ 6-6 ਮਹੀਨੇ ਰਹਿੰਦਾ ਸੀ ਮਹਾਰਾਜਾ। ਨਿਗਾਹ ਮਾਰ ਕੇ ਵੇਖਿਆ ਤੇ ਕਹਿਣ ਲੱਗਾ, ਬੜਾ ਸੁੰਦਰ ਚੰਦੋਆ ਹੈ। ਕਹਿਣ ਲੱਗਾ, ਨਕੰਮਿਆ ਤੂੰ ਇਹਦੇ ਯੋਗ ਨਹੀਂ। ਇਹ ਜਿਹੜਾ ਚੰਦੋਆ ਇਹ ਗੁਰੂ ਰਾਮਦਾਸ ਦੇ ਲਾਇਕ ਹੈ। ਮੇਰੇ ਕਹਿਣ ਤੋਂ ਭਾਵ ਜਿਹੜੀ ਵੀ ਚੰਗੀ ਚੀਜ਼ ਉਹ ਗੁਰੂ ਘਰ ਨੂੰ ਭੇਟ ਕਰਦਾ। ਕਹਿਣ ਲੱਗਾ, ਗੁਰੂ ਮੇਰੇ ਨਾਲ ਮਹਾਨ ਹੈ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਉਹ ਕਦੇ ਆਪਣੇ ਪੈਰ ਦਰਬਾਰ ਸਾਹਿਬ ਵੱਲ ਨੂੰ ਕਰਕੇ ਨਹੀਂ ਸੁੱਤਾ। ਅੰਮ੍ਰਿਤ ਵੇਲੇ ਗੁਰਬਾਣੀ ਸੁਣਨ ਤੋਂ ਬਾਅਦ ਉਹ ਹਰ ਕਰਮ ਕਰਦਾ ਸੀ। ਮਹਾਰਾਜਾ ਹੁੰਦਿਆਂ ਹੋਇਆਂ ਉਹਨੇ ਆਪਣਾ ਤਖਤ ਨਹੀਂ ਬਣਾਇਆ। ਕਹਿਣ ਲੱਗਾ, ਤਖਤ ਦੇ ਲਾਇਕ ਕੇਵਲ ਤੇ ਕੇਵਲ ਗੁਰੂ, ਮੈਂ ਤਖਤ ਦੇ ਲਾਇਕ ਨਹੀਂ। ਵਿਸ਼ਵਾਸ ਕਿੰਨਾ ਹੈ। ਅਸੀਂ ਅੜਕ ਦਰਿਆ ਦੀ ਗੱਲ ਕਰਦੇ ਹਾਂ, ਨਾ ਉਹ ਜੇ ਰਾਜੇ ਨੇ ਤੇ ਨਾ ਮਾਫੀ ਦੇ ਅੱਜ ਉਹ ਜੇ ਸਾਧੂ ਨੇ। ਮਹਾਰਾਜੇ ਰਣਜੀਤ ਸਿੰਘ ਨੇ ਅੜਕ ਦਰਿਆ ਨੂੰ ਪਾਰ ਕਰਨਾ। ਬਾਬਾ ਵੀਰ ਸਿੰਘ ਨਰੰਗਾਬਾਦੀ ਨੂੰ ਕਹਿਣ ਲੱਗਾ, ਬਾਬਾ ਜੀ ਤੁਸੀਂ ਅਰਦਾਸ ਕਰੋ। ਉਹਨਾਂ ਅਰਦਾਸ ਕੀਤੀ। ਅੜਕ ਦਰਿਆ ਤੋਂ ਪਾਰ ਹੋਏ, ਮੋਰਚਾ ਫਤਿਹ ਹੋ ਗਿਆ। ਮਹਾਰਾਜਾ 4 ਦਿਨਾਂ ਤੋਂ ਬਾਅਦ ਆਇਆ। ਕਹਿਣ ਲੱਗਾ, ਬਾਬਾ ਜੀ ਤੁਹਾਡੀ ਸੇਵਾ ਕਰਨੀ ਹੈ। ਜਿਹੜਾ ਸੰਤ ਹੈ ਨਾ ਉਹ ਬੇਪਰਵਾਹ ਹੁੰਦਾ ਜੇ, ਤੇ ਜੇ ਪਰਵਾਹ ਰੱਖਦਾ ਤੇ ਸੰਤ ਨਹੀਂ।
ਬਾਬਾ ਵੀਰ ਸਿੰਘ ਨਰੰਗਾਬਾਦੀ ਕਹਿਣ ਲੱਗਾ, ਰਣਜੀਤ ਸਿੰਘ ਬੜੀ ਛੇਤੀ ਬਦਲੀਆਂ ਪਿਆਰਿਆ, ਤੂੰ 4 ਦਿਨ ਪਹਿਲਾਂ ਕਹਿੰਦਾ ਸਾਂ ਮੇਰੀ ਅਰਦਾਸ ਕਰੋ ਵੀ ਗੁਰੂ ਮੇਰੇ ਤੇ ਕਿਰਪਾ ਕਰੇ, ਮੇਰਾ ਮੋਰਚਾ ਫਤਿਹ ਹੋ ਜਾਏ। ਉਦੋਂ ਤੂੰ ਮੰਗਤਾ ਬਣ ਕੇ ਆਇਆ ਸਾਂ, ਅੱਜ ਦਾਤਾ ਬਣ ਕੇ ਆ ਗਿਓ। ਜਿਹੜੇ ਦਾਤੇ ਦੇ ਅੱਗੇ ਉਹਦਨ ਅਰਦਾਸ ਕੀਤੀ ਮੈਂ ਉਹਦੇ ਕੋਲ ਮੰਗਾਂਗਾ, ਮੈਂ ਤੇਰਾ ਮੰਗਤਾ ਨਹੀਂ, ਮੈਂ ਤੇਰਾ ਮੰਗਤਾ ਨਹੀਂ। ਮਹਾਰਾਜੇ ਰਣਜੀਤ ਸਿੰਘ ਨੇ ਹਮੇਸ਼ਾ ਆਪਣੇ ਆਪ ਨੂੰ ਸੇਵਾਦਾਰ ਜਾਣਿਆ, ਔਰ ਅੱਜ ਆਪਾਂ ਉਹਨਾਂ ਦੀ ਬਰਸੀ ਮਨਾ ਰਹੇ ਹਾਂ ਨਾ, ਤੇ ਸਾਨੂੰ ਆਪਣੇ ਆਪ ਨੂੰ ਸੇਵਾਦਾਰ ਸਮਝਣਾ ਚਾਹੀਦਾ, ਮਹਾਨ ਨਹੀਂ ਬਣਨਾ ਚਾਹੀਦਾ। ਦੂਸਰਾ, ਸੰਤ ਗਿਆਨੀ ਗੋਬਿੰਦ ਸਿੰਘ ਜੀ ਖਾਲਸਾ, ਮੈਨੂੰ ਪਿੰਡ ਦਾ ਨਾਮ ਵਿਸਰ ਗਿਆ ਹੈ। ਸਾਡੇ ਲੀਡਰਾਂ ਵਿੱਚ ਆਪਸ ਵਿੱਚ ਮਤਭੇਦ ਹੋ ਗਏ। ਮਾਸਟਰ ਤਾਰਾ ਸਿੰਘ ਜੀ ਔਰ ਸੰਤ ਫਤਿਹ ਸਿੰਘ ਜੀ ਉਹਨਾਂ ਕੋਲ ਚੱਲ ਕੇ ਗਏ ਤੇ ਕਹਿਣ ਲੱਗੇ, ਬਾਬਾ ਜੀ ਇੱਕ ਬੇਨਤੀ ਹੈ, ਸਾਡੀ ਆਪਸ ਵਿੱਚ ਵਿਚਾਰ ਨਹੀਂ ਮਿਲਦੀ, ਪਰ ਤੁਹਾਡੇ ਪ੍ਰਤੀ ਸਾਡਾ ਸਾਰਿਆਂ ਦਾ ਸਨੇਹ ਤੇ ਸਤਿਕਾਰ ਹੈ। ਸਾਡੀ ਬੇਨਤੀ ਵੀ ਜੇ ਤੁਸੀਂ ਸਾਡੇ ਪ੍ਰਧਾਨ ਬਣ ਜਾਓ ਤੇ ਮਸਲਾ ਹੱਲ ਹੋ ਜਾਏਗਾ। ਕਹਿਣ ਲੱਗੇ, ਗੁਰਮੁਖੋ ਮੈਂ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਾਦਾਰ ਹਾਂ, ਪ੍ਰਧਾਨਗੀਆਂ ਤੁਹਾਨੂੰ ਸੁਭਾਏ ਮਾਨ ਨੇ, ਮੈਨੂੰ ਹੁਕਮ ਕਰੋ, ਜਦੋਂ ਵੀ ਕਿਤੇ ਲੋੜ ਪਵੇ ਸੀ ਤੁਹਾਡੀ ਸੇਵਾ ਲਈ ਹਾਜ਼ਰ ਹਾਂ, ਨਿਮਾਣੇ ਬਣ ਕੇ ਰਹਿ। ਇਹ ਗੱਲ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਨੇ ਦੱਸੀ। ਕਹਿਣ ਲੱਗੇ ਵੀ ਅਸੀਂ ਆਪਣੇ ਪਿੰਡ ਪ੍ਰੋਗਰਾਮ ਬਣਾਇਆ ਜਥੇ ਦਾ, 15 ਦਿਨ ਰਹੇ ਤੇ ਤੁਰ ਲੱਗਿਆਂ ਉਹਨਾਂ ਨੂੰ 101 ਰੁਪਈਆ ਤੇ ਸਰੋਪਾ ਦਿੱਤਾ। ਕਹਿਣ ਲੱਗੇ, ਗੁਰਮੁਖੋ ਜਿਹੜਾ ਸਰੋਪਾ ਗੁਰੂ ਘਰ ਦੀ ਬਖਸ਼ਿਸ਼ ਹੈ, ਇਹ ਮੈਂ ਆਪਣੇ ਸੀਸ ਤੇ ਸਜਾਵਾਂਗਾ ਤੇ ਗੁਰਦੁਆਰੇ ਸਾਹਿਬ ਦੀ ਤੁਹਾਡੀ ਇਮਾਰਤ ਬਣਨ ਵਾਲੀ ਹੈ, ਸਾਡੀ ਸੇਵਾ ਉਹਦੇ 'ਚ ਪਾ ਲਓ। ਜਦ ਕਿ 150 ਵਿਦਿਆਰਥੀ ਨਾਲ ਹੈ, 101 ਰੁਪਈਆ ਮਿਲਿਆ। ਕਹਿਣ ਤੋਂ ਭਾਵ ਉਹ ਮਾਇਆ ਤੋਂ ਇੰਨੇ ਉੱਚੇ ਸਨ, ਇੰਨੇ ਨਿਰਲੇਪ ਸਨ। ਸੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੇ, ਉਹਨਾਂ ਦੋ ਮਹਾਨ ਹਸਤੀਆਂ ਤੋਂ ਸਾਡੇ ਜੀਵਨ ਨੂੰ ਪ੍ਰੇਰਨਾ ਮਿਲੇ ਤੇ ਗੁਰੂ ਤੋਂ ਵੱਡੀ ਕੋਈ ਸ਼ਕਤੀ ਨਹੀਂ। ਅਸੀਂ ਕੇਵਲ ਤੇ ਕੇਵਲ ਗੁਰੂ ਦੇ ਬਣਨਾ ਹੈ। ਜਿਨ੍ਹਾਂ ਤੇ ਰਹਿਮਤਾਂ ਹੋ ਗਈ ਗੁਰਮੁਖੋ, ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਅੱਜ ਮੱਸਿਆ ਦਾ ਦਿਹਾੜਾ ਹੈ, ਉਪਰਾਲਾ ਕਰੋ। ਇੱਕ ਮੈਂ ਨਿੱਕੀ ਜੀ ਬੇਨਤੀ ਮੇਰੇ ਦਿਮਾਗ 'ਚ ਆ ਗਈ, ਮੈਂ ਬੇਨਤੀ ਕਰਾਂ। ਮੱਸਿਆ ਤੋਂ ਚਾਨਣ ਕਰੀਦਾ ਹੈ ਨਾ, ਲੇਕਿਨ ਚਾਨਣ ਸਿਰ ਫਰਕ। ਆਪਾਂ ਗੱਲ ਕੀਤੀ ਵੇਦਾਂ ਤੇ ਕਿਤਾਬਾਂ ਦੀ। ਬਿਜਲੀ ਪਹਿਲਾਂ ਵੀ ਸੀ, ਮਾਫ ਕਰਨਾ, ਲਾਈਟ ਪਹਿਲਾਂ ਵੀ ਸੀ, ਲੇਕਿਨ ਮਿੱਟੀ ਦੇ ਤੇਲ ਦੇ ਦੀਵੇ ਸਨ। ਅੱਜ ਮਿੱਟੀ ਦੇ ਤੇਲ ਦੇ ਦੀਵੇ ਆਪਾਂ ਨਹੀਂ ਰੱਖਦੇ, ਕਿਉਂਕਿ ਮਿੱਟੀ ਦੇ ਤੇਲ ਵਿੱਚ ਧੂਆਂ ਹੈ, ਉਹ ਬੁੱਝ ਜਾਂਦਾ ਹੈ। ਲੇਕਿਨ ਜਿਹੜਾ ਬਿਜਲੀ ਦਾ ਚਾਨਣ ਹੈ ਨਾ, ਇਹਦੇ ਵਿੱਚ ਧੂਆਂ ਨਹੀਂ, ਇਹਦੇ 'ਚ ਕਾਲਖ ਨਹੀਂ। ਗੁਰੂ ਕੀ ਬਾਣੀ ਜਿਹੜੀ ਜੇ ਧੂਆਂ ਨਹੀਂ ਜੇ, ਕਾਲਖ ਨਹੀਂ ਜੇ। ਪਰ ਇਸ ਗੁਰਬਾਣੀ ਦੀ ਲਾਈਟ ਨੂੰ ਆਪਣੇ ਹਿਰਦੇ ਵਿੱਚ ਜਗਾਉਣ ਲਈ ਮੱਸਿਆ ਨਾ ਅੱਜ ਚਾਨਣ ਕਿਵੇਂ ਹੋਵੇਗਾ? ਇਹਦਾ ਚਾਨਣ ਲਾਉਣ ਵਾਸਤੇ ਸਾਨੂੰ ਨਿਚੇ ਦੇ ਖੰਭੇ ਲਾਉਣੇ ਪੈਣਗੇ। ਜਿਹੜੇ ਸਾਡੇ ਗੁਰਧਾਮ ਨੇ, ਤਖਤ ਨੇ, ਹਰਮੰਦਰ ਸਾਹਿਬ, ਤਰਨਤਾਰਨ ਸਾਹਿਬ, ਮੁਕਤਸਰ, ਪਟਨਾ ਸਾਹਿਬ, ਇਹ ਟਰਾਂਸਫਰ ਨੇ, ਛੋਟੇ ਟਰਾਂਸਫਾਰਮਰ ਸਾਡੇ ਗੁਰਦੁਆਰੇ ਨੇ, ਉਹਨਾਂ ਤੋਂ ਵਿਰਾਗ ਦੀ ਵਾਇਰਿੰਗ ਕਰਾਓ। ਮੈਂ ਕੁਝ ਵੀ ਨਹੀਂ, ਇਹ ਨੈਗੇਟਿਵ ਤਾਰ ਹੈ, ਮੇਰਾ ਗੁਰੂ ਸਮਰੱਥ ਹੈ। ਇਹ ਪੋਜੀਟਿਵ ਤਾਰ ਲਾ ਕਰਕੇ ਤੇ ਜਦੋਂ ਆਪਾਂ ਬਲਬ ਜਗਾਉਣਾ ਹੁੰਦਾ ਨਾ, ਉਦੋਂ ਸਵਿਚ ਨੂੰ ਨੀਵਿਆਂ ਕਰਦੇ ਹਾਂ। ਆਪਾਂ ਮਨ ਨੂੰ ਨੀਵਿਆਂ ਕਰੀਏ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਜਦੋਂ ਮਨ ਨੀਵਾਂ ਹੋ ਗਿਆ ਨਾ, ਤੇ ਗੁਰਮੁਖੋ ਮਨ ਦਾ ਬਲਬ ਜਗੇਗਾ। ਇਹ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਅੱਲਾਹ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।